ਹੁਸ਼ਿਆਰपुर की तहसील दसूहे के एक पिंड शांगले 47 तो पहला भी ये पिंड जिहड़ा है मुसलमान जट्टां दा पिंड सी और 47 तो बाद ये वो पिंड है जिथे डसके तो ये परिवार उजड़ के इत्थे आया। ये वो परिवार आ जी जे मैं ना लवां तो मेरा ख्याल है कि पाकिस्तान का कला कला पिंड इन्हां दी फैमिली नूं जानदा होगा, क्योंकि डसके का जिहड़ा हस्पताल आ अखां दा हस्पताल जिहड़ा कि पूरे इस वेले भी पूरे पाकिस्तान च मशहूर है, उस हस्पताल ने जिहड़ी जमीन दान कीती सी वो सरदार अमर सिंह जैलदार हुणे दित्ती सी। ते मेरे नाल जिहड़े बैठे हो अमर सिंह जैलदार हुणां दे पुत्तर जी बैठे ने सरदार दलजीत सिंह साही जी। मैनूं बड़ी देर तो कैनेडा तो जनाब बाबर नसरुल्ला खान जी कह रहे थे कि मेरी फैमिली का एक हिस्सा आ, मेरे चाचे ताए आ जिहड़े कि इत्थे रह रहे आ, तुसीं इन्हां नूं मिल के आओ। अज वो बड़ा सुहागा दिन आ कि मैं एक इस तरह की महान फैमिली नूं मिलण आया और बजुर्गों नाल गलबात करन जा रहे हैं जी। सत श्री अकाल जी। तुसीं थोड़ा जिहा अपने बारे दसो, अपने परिवार बारे दसो जी सानूं। तुहाडा की शुभ नाम जी? दलजीत सिंह। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀਗਾ ਜੀ? ਅਮਰ ਸਿੰਘ। ਅਮਰ ਸਿੰਘ ਜੀ। ਜਿਹੜੇ ਅਮਰ ਸਿੰਘ ਸੀ ਉਹ ਜੈਲਦਾਰ ਸੀਗੇ ਜੀ? ਜੈਲਦਾਰ ਸੀ। ਤੁਸੀਂ ਕੁਛ ਥੋੜਾ ਜਿਹਾ ਉਹਨਾਂ ਬਾਰੇ ਦੱਸੋ ਜੀ, ਉਹਨਾਂ ਦੀ ਸੁਭਾਅ ਬਾਰੇ, ਉਹਨਾਂ ਦੀ ਜਿਹੜੀ ਆ ਉੱਥੇ ਉਹ ਟੌਰ ਟੱਪਾ ਸੀਗਾ ਇਹ ਡਸਕੇ ਦੇ ਵਿੱਚ। ਨਹੀਂ, ਡਸਕੇ 'ਚ ਬੜੀ ਜਾਇਦਾਦ ਸੀ ਜੀ ਇਹਨਾਂ ਦੀ। ਜੀ ਜੀ, ਜਾਇਦਾਦ ਵੀ ਸੀ ਔਰ ਬਕਾਇਦਾ ਫਿਰ ਹਸਪਤਾਲ ਬਣਾ ਕੇ ਦਿੱਤਾ ਗੌਰਮੈਂਟ ਨੂੰ। ਜੀ ਜੀ, ਠੀਕ ਹੈ ਜੀ। ਹੋਰ ਵੀ ਬੜਾ ਮਾਰੂ ਕਰਾਰ ਕੰਮ ਰਿਹਾ ਇਹਨਾਂ ਦਾ। ਜ਼ਮੀਨ ਤੇ ਬਹੁਤ ਜ਼ਿਆਦਾ ਸੀ। ਜੀ ਜੀ, ਜ਼ਮੀਨ ਤੇ ਸਾਡੀ ਕਮ ਸੇ ਕਮ ਵੀ ਉੱਦਾਂ ਵੇਖੀ ਜਾਏ ਤੇ 200-250 ਕਿੱਲੇ ਸੀ ਜੀ। ਕੱਟ ਲੱਗ ਕੇ ਸਾਨੂੰ ਥੋੜੀ ਆਈ। ਉਹ ਇਸ ਤਰ੍ਹਾਂ ਹੋਇਆ ਜੀ? ਹਾਂਜੀ, ਬਹੁਤਿਆਂ ਨਾਲ ਹੋਇਆ ਇਸ ਤਰ੍ਹਾਂ। ਜਿਨ੍ਹਾਂ ਦੀ ਜ਼ਿਆਦਾ ਵੱਧ ਸੀ ਉਹਨਾਂ ਨੂੰ ਜ਼ਿਆਦਾ ਕੱਟ ਲੱਗੇ। ਉਹਨਾਂ ਨੂੰ ਜ਼ਿਆਦਾ ਕੱਟ, ਸਾਨੂੰ ਜ਼ਿਆਦਾ ਲੱਗੀ। ਬਿਲਕੁਲ ਬਿਲਕੁਲ ਠੀਕ। ਤੁਹਾਡੇ ਕੋਲ ਡਸਕੇ ਦੀਆਂ ਕਿੰਨੀਆਂ ਕੁ ਯਾਦਾਂ ਆ ਜੀ? ਯਾਦਾਂ ਤੇ ਜੀ ਮੈਂ ਤੇ ਬਹੁਤ ਛੋਟਾ ਸੀ ਤੇ ਯਾਦਾਂ ਤੇ ਫਿਰ ਤੁਹਾਨੂੰ ਪਤਾ ਕਿ ਮੇਰੀਆਂ ਉਦਾਂ ਹੀ ਹੋਣੀਆਂ ਥੋੜ੍ਹੀਆਂ ਜਿਹੀਆਂ। ਅੱਛਾ, ਨਹੀਂ ਚਲੋ ਫਿਰ ਵੀ ਤੁਹਾਡੀ ਉਮਰ ਮੇਰੇ ਖਿਆਲ 12-13 ਸਾਲ ਸੀ। ਨਹੀਂ ਜੀ, 10 ਸਾਲ ਦੀ। 10 ਸਾਲ। 10 ਸਾਲ। ਸਕੂਲ ਤੁਸੀਂ ਜਾਣ ਲੱਗ ਪਏ ਸੀ? ਸਕੂਲ ਜਾਂਦਾ ਸੀ ਮੈਂ। ਸਕੂਲ ਕਿੱਥੇ ਸੀ ਤੁਹਾਡਾ ਜੀ? ਸਕੂਲ ਸਾਡਾ ਸੀ ਡਸਕੇ ਪਰਲੇ ਪਾਸੇ ਜੀ, ਤੇ ਉਹ ਸਕੂਲ ਸੀ ਸਾਡਾ। ਟੀਚਰ ਯਾਦ ਨੇ? ਟੀਚਰ ਨਹੀਂ ਯਾਦ ਜੀ, ਉਹ ਮੈਂ ਛੋਟਾ ਸੀ ਨਾ। ਅੱਛਾ ਜੀ। ਉਹ ਮਾਸਟਰ ਹੀ ਮੈਨੂੰ ਖੜਦਾ ਹੁੰਦਾ ਸੀ ਫੜ ਕੇ। ਜਿਹੜਾ ਮਾਸਟਰ ਮੰਗਲ ਸਿੰਘ ਸੀ ਨਾ, ਜੀ ਜੀ, ਉਹ ਛੋਟਾ ਸੀ, ਮਤਲਬ ਪੜ੍ਹਾਉਂਦਾ ਸੀ। ਜੀ ਜੀ, ਤੇ ਉਹਨੇ, ਮੈਂ ਛੋਟਾ ਸੀ ਇੰਨਾ ਕੁ ਜੀ, ਉਹ ਫਿਰ ਮੈਨੂੰ ਫੜ ਕੇ ਲਿਜਾਂਦਾ ਸੀ ਬਾਹਰ ਤੋਂ, ਸਕੂਲੇ ਜਾਣਾ ਵੀ ਤੇ ਘਰ ਛੱਡਣ ਵੀ ਆਉਣਾ। ਵਾਹ ਜੀ। ਅੱਛਾ, ਇੱਕ ਤੁਹਾਡੀ ਫੈਮਿਲੀ ਸੀ ਉੱਥੇ? ਹਾਂਜੀ ਸਾਹੀ। ਹਾਂਜੀ, ਜ਼ੈਲਦਾਰਾਂ ਦੀ ਫੈਮਿਲੀ। ਹਾਂਜੀ ਹਾਂਜੀ, ਜਿਹਦਾ ਬੜਾ ਨਾਮ ਸੀਗਾ, ਬੜਾ ਵੱਡਾ ਰੁਤਬਾ ਸੀ। ਇੱਕ ਫੈਮਿਲੀ ਸੀ ਸਰਦਾਰ ਸ਼ਿਵਦੇਵ ਸਿੰਘ ਹੋਣਾ ਦੀ? ਹਾਂ ਸ਼ਿਵਦੇਵ ਸਿੰਘ ਜੀ, ਜਿਨ੍ਹਾਂ ਦੀ ਮੋਰਾਂ ਵਾਲੀ ਕੋਠੀ ਸੀ। ਮੋਰਾਂ ਵਾਲੀ ਕੋਠੀ। ਠੀਕ ਹੈ, ਤੁਸੀਂ ਤਾਂ ਉਹ ਕੋਠੀ ਦੇਖੀ ਹੋਣੀ? ਕੋਠੀ ਮੈਂ ਵੇਖੀ, ਯਾਦਦਾਸ਼ਤ 'ਚ ਨਹੀਂ ਆਈ ਜੀ। ਅੱਛਾ ਉਹ ਜੀ। ਤਾਂ ਮਤਲਬ ਮੈਂ ਛੋਟਾ ਸੀ ਤਾਂ ਮੈਂ ਜਾਂਦਾ ਹੁੰਦਾ ਸੀ ਉਹਨਾਂ ਨਾਲ ਵੀ, ਤੇ ਕਈ ਵਾਰੀ ਬਸ ਚੱਲ ਜਾਣਾ ਅੰਦਰ ਚੱਲ ਜਾਣਾ, ਫਿਰ ਬਾਹਰ ਆ ਜਾਣਾ, ਫਿਰ ਅੰਦਰ ਚੱਲ ਜਾਣਾ, ਇਸ ਤਰ੍ਹਾਂ ਕਰਕੇ ਹੁੰਦਾ ਜੀ। ਇੱਕ ਪਰਿਵਾਰ ਉੱਥੇ ਦਾ ਬਹੁਤ ਮਸ਼ਹੂਰ ਹੋਇਆ। ਹਾਂਜੀ, ਜਿਸ ਪਰਿਵਾਰ ਦੇ ਵਿੱਚ 47 ਤੋਂ ਪਹਿਲਾਂ ਇੱਕੋ ਘਰ ਦੇ ਵਿੱਚ 2 MLA ਸੀਗੇ। ਸਾਹੀ ਫੈਮਿਲੀ, ਮੁਸਲਮਾਨ ਜਿਹੜੀ ਫੈਮਿਲੀ ਸੀਗੀ, ਜਨਾਬ ਨਸਰੁੱਲਾ ਤੇ ਜਫਰੁੱਲਾ ਖਾਨ ਜੀ। ਹਾਂਜੀ ਹਾਂਜੀ, ਉਹ ਲੀਡਰ ਸਨ ਔਰ ਵਰਲਡ ਦੇ ਜਾਣੀ ਕਹਿ ਲਓ ਕਿ ਫੇਮਸ ਲੀਡਰਾਂ 'ਚ ਆਉਂਦੇ ਸੀਗੇ, ਜਿਹੜੇ ਅੰਗਰੇਜ਼ਾਂ ਨਾਲ ਗੱਲ ਕਰਦੇ ਸੀ ਇੰਡੀਆ ਵੱਲੋਂ। ਠੀਕ ਹੈ, ਤੁਸੀਂ ਉਹ ਦੇਖੇ ਆ ਸਾਰੇ? ਆਹੋ ਦੇਖੇ ਨੇ ਜੀ। ਠੀਕ, ਕੁਛ ਉਸ ਪਰਿਵਾਰ ਬਾਰੇ ਵੀ ਦੱਸੋ। ਉਹ ਮੈਂ ਛੋਟਾ ਸੀ, ਤੁਹਾਨੂੰ ਦੱਸਿਆ ਨਾ ਜੀ। ਜੀ ਜੀ, ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਦੱਸ ਸਕਦਾ ਕਿਉਂਕਿ ਉੱਦਾਂ ਵੈਸੇ ਤੁਹਾਡੀ ਫੈਮਿਲੀ ਨਾਲ ਉਹਨਾਂ ਦਾ ਪਿਆਰ ਪੂਰਾ ਸੀ? ਪਿਆਰ ਪੂਰਾ ਸੀ ਜੀ ਉਹਨਾਂ ਦਾ। ਮੈਂ ਛੋਟਾ ਸੀ ਤੇ ਜਾਂਦਾ ਹੁੰਦਾ ਸੀ ਉਹਨਾਂ ਦੇ ਘਰ ਵੀ, ਉਹਨਾਂ ਚੱਲ ਜਾਣਾ। ਛੋਟਾ ਇੰਨਾ ਸੀ ਤੇ ਮੈਂ ਖੇਡਦਿਆਂ ਖੁੱਡਦਿਆਂ ਨੱਸ ਜਾਣਾ। ਮੁੰਡੇ ਸਾਰੇ ਇੱਕੋ ਜਿਹੇ ਹੁੰਦੇ ਹਨ ਜੀ, ਛੋਟੇ। ਜੀ ਜੀ, ਹਾਂਜੀ। ਤੇ ਮੁਸਲਮਾਨਾਂ 'ਚੋਂ ਤੁਹਾਡੇ ਹਾਣ ਦੇ ਕਿਹੜੇ ਸੀਗੇ? ਮੈਨੂੰ ਤਾਂ ਕੋਈ ਯਾਦ ਨਹੀਂ ਸੀ ਕਿ ਮੇਰੇ ਮੁਸਲਮਾਨ ਯਾਦ ਨਹੀਂ। ਠੀਕ 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 ਠੀਕ।
ਨਾਂ ਲੈਂਦੇ ਹੁੰਦੇ, ਲੇਕਿਨ ਇਹ ਗੱਲ ਥੋੜੀ ਜੀ ਇਸ ਤਰ੍ਹਾਂ ਵਾਪਰੀ ਕਿ ਕੋਈ ਤਕਰੀਬਨ 2 ਸਾਲ ਪਹਿਲਾਂ ਹਾਂਜੀ ਇਹਨਾਂ ਦਾ ਥੋੜਾ ਜਿਹਾ ਬਿਮਾਰ ਪੈ ਗਏ, ਉਸ ਬਿਮਾਰ- ਕਰਕੇ ਥੋੜਾ ਜਿਹਾ ਯਾਦਦਾਸ਼ਤ ਤੇ ਅਸਰ ਆ। ਤੇ ਜਿਵੇਂ ਦੱਸ ਰਹੇ ਕਿ ਨਾਂ ਤੇ ਤੁਹਾਨੂੰ ਬੜੇ ਯਾਦ ਸੀਗੇ। ਨਾ ਤੇ ਕਈ ਯਾਦ ਸਨ ਜੀ ਮੇਰੇ ਕੋਲ, ਮਾਸਟਰ ਦੀ ਯਾਦ ਸਨ, ਪਰ ਮੈਂ ਕਿਉਂਕਿ ਦਿਮਾਗ ਨੂੰ ਖਰਾਬ ਹੋਣ ਨਾਲ ਹਾਂ ਮੈਂ ਠੀਕ ਹੈ, ਤੇ ਕੋਈ ਨਹੀਂ, ਉਸ ਕਰਕੇ ਫਿਰ ਨਹੀਂ ਕੋਈ ਯਾਦ ਹੁੰਦਾ। ਇਦਾਂ ਹੋ ਜਾਂਦੀ। ਹੁਣ ਵੀ ਅਜੇ ਵੀ ਮੈਂ ਬਿਮਾਰ ਹਾਂ, ਅਜੇ ਵੀ ਨਹੀਂ ਤੁਸੀਂ ਸਹੀ ਤਰ੍ਹਾਂ ਨਹੀਂ। ਇਹ ਤੁਸੀਂ ਸਹੀ ਗੱਲ ਕਰ ਰਹੇ ਹੋ। ਇਹ ਤਾਂ ਚਲੋ 73 ਸਾਲ ਹੋ ਗਏ ਆ ਜੀ। ਹਾਂਜੀ ਮੈਂ ਬਹੁਤੇ ਬਜ਼ੁਰਗਾਂ ਨੂੰ ਮਿਲਦਾ, ਜੀ ਜਿੰਨਾ ਕਿ ਤੁਹਾਨੂੰ ਯਾਦ ਹੈ ਉਹਨਾਂ ਕਿ ਉਹਨਾਂ ਨੂੰ ਯਾਦ ਹੁੰਦਾ ਹੈ ਕਿਉਂਕਿ ਸਾਲ ਬਹੁਤ ਬੀਤ ਗਏ ਆ। ਹਾਂਜੀ ਸਾਲ ਤੁਹਾਡੀਆਂ ਰਿਸ਼ਤੇਦਾਰੀਆਂ ਕਿਹਨਾਂ ਪਿੰਡਾਂ 'ਚ ਸੀਗੀਆਂ ਜੀ? ਰਿਸ਼ਤੇ ਸਾਡੇ ਇੱਥੇ ਸਨ ਜੀ, ਮੰਤਰੀ ਖਮਾਣੋ ਸੀ। ਨਾਨਕੇ ਤੁਹਾਡੇ? ਹਾਂਜੀ ਭੂਆ ਜੀ ਦਾ ਪਿੰਡ ਦੱਸੋ ਨਾ, ਜਿੱਥੇ ਭੂਆ ਜੀ ਗਏ ਸਨ। ਭੂਆ ਜੀ ਸਨ ਕੋਈ ਸੰਤਾ ਮਾਨ ਆਹੋ ਤੋਂ ਇੱਧਰ ਸਨ ਆਪਣਾ ਬਟਾਲੇ ਵੀ ਵਾਲ ਛੋਟੇ ਭੂਆ ਜੀ ਛੋਟੇ ਭੂਆ ਸੀ। ਛੋਟੇ ਸਨ। ਇੱਕ ਜਿਹੜੇ ਮਾਨ ਫੈਮਿਲੀ ਆ ਉੱਥੇ? ਮਾਨ ਫੈਮਿਲੀ ਉਧਰ ਇਹਨਾਂ ਦੇ ਸਿਸਟਰ ਸੀ। ਅੱਛਾ ਜੀ। ਸਾਡਾ ਭਰਾ ਸੀ, ਭਰਾ ਜੀ ਇਹਨਾਂ ਦੇ ਬ੍ਰਦਰ ਤਹਿਸੀਲਦਾਰ ਸੀ, ਜਿਹੜੇ ਸਾਇਆ ਤਹਿਸੀਲਦਾਰ ਸੀ। ਇਹ ਤੁਹਾਡੇ ਤਾਇਆ ਜੀ ਤਹਿਸੀਲਦਾਰ ਸੀ? ਨਹੀਂ ਮੇਰਾ brother ਤੁਹਾਡੇ ਵੱਡੇ ਕੀ ਨਾਂ ਸੀ ਉਹਨਾਂ ਦਾ? ਸੰਤ ਸਿੰਘ। ਤਹਿਸੀਲਦਾਰ ਸੀ ਉਸ ਵੇਲੇ? ਤਹਿਸੀਲਦਾਰ ਸੀ ਉਸ ਵੇਲੇ ਤਾਂ ਤਹਿਸੀਲਦਾਰ ਦੀ ਵੈਸੇ ਬਹੁਤ ਟੌਰ ਹੁੰਦੀ ਸੀ। ਹਾਂਜੀ ਅੱਛਾ, ਜਦੋਂ ਇਹਨਾਂ ਨੇ ਤੁਹਾਡੇ ਪਰਿਵਾਰ ਨੇ ਹਸਪਤਾਲ ਲਈ ਜ਼ਮੀਨ ਦਾਨ ਦਿੱਤੀ, ਹਾਂਜੀ ਠੀਕ ਹੈ, ਉਹ ਕਿਹੜੇ ਸਾਲ ਦੀ ਗੱਲ ਹੈ ਜੀ? ਸ਼ਾਇਦ 1942 ਦੀ? ਨਹੀਂ ਜੀ ਮੈਨੂੰ ਨਹੀਂ ਯਾਦ, ਮੈਂ ਗਲਤ ਯਾਦ ਨਹੀਂ? ਗਲਤ ਆਖਾਂ ਯਾਦ ਨਹੀਂ, ਕਿਉਂਕਿ ਉਹ ਉਦੋਂ ਇੱਕ ਹਸਪਤਾਲ ਅੰਦਰ ਬਣਿਆ ਸੀ ਸਾਡੇ ਜੀ ਜੀ ਸ਼ਹਿਰ 'ਚ, ਇੱਕ ਫਿਰ ਉਹ ਉਸ ਵੇਲੇ ਸਾਰਾਂ ਨੇ ਬਾਹਰ ਕਢਾਤਾ ਸੀ ਠੀਕ ਹੈ ਜੀ, ਕਿ ਵੱਡਾ ਬਣਾਓ ਜਰਾ ਕੇ ਮੂੰਹ ਖਲਾ ਹੋ ਜਾ। ਠੀਕ 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 ਠੀਕ। ਇਹ ਆਪਣਾ ਘਰ ਯਾਦ ਹੈ ਜੀ? ਘਰ ਤੇ ਦੇਖੋ ਜੀ ਮਾੜਾ ਮੋਟਾ ਦੀ ਯਾਦ ਹੁੰਦਾ ਹੀ ਹੈ ਜੀ। ਜੀ ਜੀ। ਇੱਕ ਕੋਠੀ ਸਾਡੀ ਬਾਹਰ ਸੀ ਜਿੱਥੇ ਬਾਗ ਲੱਗਾ ਸੀ, ਕਿਉਂਕਿ ਫੈਮਿਲੀ ਬੜੀ ਸੀ ਨਾ ਜੀ, ਉੱਥੇ ਦੇ ਬਾਗ ਦੇ ਵਿੱਚ ਉਹਨਾਂ ਬੰਦਿਆਂ ਨੇ ਬਾਹਰੋਂ ਜਿੱਦਾਂ ਹੁਣ ਆਉਣਾ ਬੰਦਿਆਂ ਨੇ, ਉਹਨਾਂ ਨੇ ਆ ਕੇ ਮਿਲਣਾ ਮੁਲਣਾ, ਸਾਰਿਆਂ ਨੂੰ ਮਿਲ ਕੇ ਦੱਸੋ ਜੀ ਇਹ ਕੰਮ ਕਰੋ ਆਹ ਕਰੋ, ਅਤੇ ਉਹ ਫਿਰ ਉਹ ਜਿਹੜੀ ਕੋਠੀ ਦੇ ਵਿੱਚ ਸੀ ਉਹ ਕੋਠੀ ਵੱਖਰੀ ਬਣਾਈ ਸੀ। ਉਹਦੇ ਫਿਰ ਬਾਅਦ ਵਿੱਚ ਕੋਠੀ ਦੇ ਉੱਤੇ ਨਾ ਦੁਆਲੇ ਦੁਆਲੇ ਜੰਗਲਾ ਲਾਤਾ ਕਿ ਬੰਦੇ ਆਉਂਦੇ ਨੇ ਜਾ ਕੇ ਸਿਰਫ ਉੱਥੇ ਇਸੇ ਕਰਕੇ ਬਾਗ ਲੱਗਾ ਸੀ, ਬੜਾ ਵੱਡਾ ਸੀ ਕਾਫੀ ਜੀ। ਨਿੰਬੂ ਹੋਰ ਕਈ ਚੀਜ਼ਾਂ ਸਨ ਠੀਕ। ਵਿੱਚ ਫਲਦਾਰ ਹੈ ਫਲਦਾਰ ਬੂਟੇ ਸਨ। ਫਲਦਾਰ ਬੂਟੇ ਹਨ ਜੀ ਕਾਫੀ। ਜੀ ਠੀਕ। ਮਤਲਬ ਉਹ ਗਲੀਆਂ ਵੀ ਯਾਦ ਹੋਣੀਆਂ ਤੁਹਾਨੂੰ? ਗਲੀਆਂ ਉਤਾਂ ਅੰਦਾਜ਼ਨ ਯਾਦ ਨਹੀਂ ਜੀ ਮੈਨੂੰ, ਅੰਦਾਜ਼ਨ ਕਿਉਂਕਿ ਮੈਂ ਉਹ ਛੋਟਾ ਸੀ। ਮੈਨੂੰ ਇਹ ਪਤਾ ਕਿ ਇੱਥੋਂ ਜਦੋਂ ਪਾਕਿਸਤਾਨ ਨਿਕਲੇ ਆ ਉਦੋਂ ਉਹ ਗਲੀਆਂ ਸਨ, ਉੱਥੇ ਸੀ ਕੰਮ ਉਹਨਾਂ ਦਾ, ਕੰਮ ਕਰਦੇ ਸਨ ਜੀ ਸੰਨਿਆ ਠਠਿਆਰਾਂ ਦਾ ਕਿਹੜੇ ਮਹੱਲੇ ਚ ਘਰ ਸੀ ਉਹ? ਹੈਂ? ਅੱਛਾ ਅੱਛਾ। ਠਠਿਆਰਾ ਮਹੱਲੇ ਚ। ਪਹਿਲਾਂ ਜੋ ਠੀਕ ਸੀਗੀ ਉਹ ਦੱਸਦੇ। ਤੁਸੀਂ ਇਹਨਾਂ ਕੋਲੋਂ ਗੱਲਾਂ ਸੁਣੀਆਂ, ਦੇਖ ਲਓ, ਇਹਨਾਂ ਕੋਲੋਂ ਸੁਣੀਆਂ ਨੇ। ਕੋਈ ਤੁਹਾਡੇ ਨਾਲ ਵੀ ਗੱਲ ਕਰਦੇ ਆ। ਹਾਂਜੀ ਮਤਲਬ ਆਪਣੀ ਯਾਦਾਸ਼ਤ ਨੇ ਤੁਹਾਨੂੰ ਕਾਫੀ ਤੁਹਾਡੇ ਨਾਲ ਸਾਂਝੀ ਕੀਤੀ ਆ। ਕਿਉਂਕਿ ਸਾਡਾ ਫੈਮਿਲੀ ਚ ਬੜਾ ਮਤਲਬ ਵੀ ਇਦਾਂ ਦਾ ਨਹੀਂ ਹੈਗਾ। ਨਹੀਂ ਬਹੁਤ ਵਧੀਆ, ਨਹੀਂ ਬਹੁਤ ਵਧੀਆ, ਬਹੁਤ ਵਧੀਆ। ਠੀਕ ਪਰ ਹੈ। ਇਹ ਠਠਿਆਰਾ ਮਹੱਲੇ ਉਹ ਘਰ ਦਾ ਵੀ ਪੂਰਾ ਦੱਸਦੇ ਹੁੰਦੇ ਨੇ ਆਪਣੇ ਦਾ, ਪੂਰਾ ਦੱਸਦੇ। ਇੱਥੇ ਸਿਰਫ ਮਹਿਮਾਨ ਜਿਹੜੇ ਹੁੰਦੇ ਸੀ ਉਹਨਾਂ ਲਈ ਲੇਡੀਜ਼ ਨੇ ਫਸਟ ਫਲੋਰ ਤੇ ਰਹਿਣਾ, ਕਿਚਨ ਫਸਟ ਫਲੋਰ ਤੇ ਸੀ। ਮੈਂ ਨਾ ਪਿਛਲੇ ਕੁਝ ਦਿਨ ਪਹਿਲਾਂ ਇੱਕ ਬੰਦੇ ਨਾਲ ਖਰੜ ਇੰਟਰਵਿਊ ਕੀਤੀ ਸੀ। ਹਾਂਜੀ ਉਹਨੇ ਕਿਹਾ ਸੀ ਸਾਡਾ ਘਰ ਜ਼ੈਲਦਾਰਾਂ ਦੇ ਘਰ ਦੇ ਨਾਲ ਸੀਗਾ। ਹਾਂਜੀ ਹਾਂਜੀ ਉਹਨੇ ਉੱਥੇ ਦੱਸ ਕੇ ਉਹ ਖਰੜ ਆਏ ਹੋ ਆ ਜੀ, ਅੱਛਾ ਰਾਮਗੜੀਆ ਫੈਮਿਲੀ ਚੋਂ ਆ। ਹਾਂਜੀ ਉਹਨਾਂ ਨੇ ਉਹ ਗੱਲ ਦੱਸੀ ਉਹ ਸੀ। ਦੇਖੀ ਸੀ interview। ਹਾਂਜੀ ਹਾਂਜੀ ਉਹਦੇ ਚ ਉਹ ਜ਼ਿਕਰ ਬਾਪੂ ਕਰਦੇ ਦਾ ਆ। ਨਾਮ ਲੈ ਰਹੇ ਸੀ। ਹਾਂਜੀ। ਔਰ ਉਹਦੇ ਚ ਤੁਹਾਡੀ ਫੈਮਿਲੀ ਨੂੰ ਤਾਂ ਉਹ ਪੂਰੀ ਦੁਨੀਆ ਹਮੇਸ਼ਾ ਹੀ ਯਾਦ ਰੱਖੂਗੀ, ਬਿਲਕੁਲ ਜਿਹੜਾ ਇੱਕ ਵਧੀਆ ਕੰਮ ਕੀਤਾ ਉਹਨਾਂ ਨੇ। ਤੇ ਤੁਸੀਂ ਦੱਸੋ ਜੀ, ਜੋ ਇਹਨਾਂ ਤੋਂ ਗੱਲਾਂ ਸੁਣੀਆਂ ਨਾ ਜੀ, ਹਾਂਜੀ ਉਹ ਜੋ ਯਾਦਾਂ ਤੁਹਾਡੇ ਨਾਲੇ ਸਾਂਝੀਆਂ ਕਰਦੇ ਰਹੇ। ਬਿਲਕੁਲ ਇਹਨਾਂ ਨੇ ਹਾਂਜੀ, ਉਹਨਾਂ ਬਾਰੇ ਤੁਸੀਂ ਦੱਸੋ, ਆਪਣੀ ਫੈਮਿਲੀ ਬੈਕਗ੍ਰਾਉਂਡ ਬਾਰੇ ਜਿਹੜੇ ਪਤਾ। ਬਿਲਕੁਲ ਜੀ, ਇਹ ਮੇਰੇ ਫਾਦਰ ਇਨ ਲਾਅ ਨੇ ਔਰ ਇਹ ਦੋ ਬ੍ਰਦਰ ਸੀਗੇ। ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸਨ ਉਹ ਜੈਲਦਾਰ ਸਨ, ਸਰਦਾਰ ਬਹਾਦਰ ਦਾ ਉਹਨਾਂ ਕੋਲ ਸੀਗਾ ਕਿਤਾਬ ਸੀਗਾ, ਔਰ ਬਹੁਤ ਵਧੀਆ ਔਰ ਬਹੁਤ ਨੇਕ ਵੀ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਕੋਈ ਸੁਣੀਆਂ। ਬਾਕੀ ਬਰਾਦਰੀ ਵੀ ਜਿਹੜੇ ਲੋਕ ਸਾਡੇ ਕੋਲ ਆਉਂਦੇ ਨੇ ਜਾਂ ਮਿਲਦੇ ਨੇ ਜਾਂ ਉਸ ਟਾਈਮ 'ਤੇ ਮਿਲੇ ਹੋਏ ਸੀ, ਉਹ ਵੀ ਗੱਲਾਂ ਦੱਸਦੇ ਨੇ।
ਔਰ ਬਹੁਤ ਉਹਨਾਂ ਦਾ ਸੀ। ਇਹ ਦੋ ਬ੍ਰਦਰ ਸੀਗੇ, ਦਾਰ ਜੀ ਹੁਣੀ ਸਾਡੇ, ਵੱਡੇ ਤਾਇਆ ਜੀ ਸਾਡੇ ਉਹ ਜੈਲਦਾਰ ਸਨ, ਉਹ ਜਲੰਧਰ ਹੀ, ਉਹ ਉੱਥੇ ਹੀ ਸੈਟਲ ਨੇ। ਤਾਇਆ ਜੀ ਤਾਂ ਐਕਸਪਾਇਰ ਹੋ ਚੁੱਕੇ ਨੇ। ਉਹਨਾਂ ਦੇ 4 ਬੇਟੇ ਤਾਇਆ ਜੀ ਦੇ ਔਰ ਇੱਕ ਬੇਟੀ, ਤੇ ਜੋ ਬੇਟੀ ਤਾਂ ਐਕਸਪਾਇਰ ਹੋ ਗਈ ਹੈ, ਤੇ ਬੇਟੇ ਉਹਨਾਂ ਦੇ ਇੱਕ ਅਮਰੀਕਾ, ਇੱਕ ਆਸਟ੍ਰੇਲੀਆ, ਇੱਕ ਭਾਜੀ ਹੁਣੀ ਉੱਥੇ ਹੀ ਹੁੰਦੇ ਨੇ ਜਲੰਧਰ। ਔਰ ਨਹੀਂ ਸਾਡੀ ਜ਼ਮੀਨ ਸੀ ਆਪਣੀ ਜਲੰਧਰ, ਹਾਂਜੀ ਜਲੰਧਰ ਮਾਡਲ ਟਾਊਨ ਹੈ ਨਾ, ਤੇ ਉਹਦਾ ਸ਼ਮਸ਼ਾਨ ਘਾਟ ਆ ਜਿਹੜਾ ਉਸ ਤੋਂ ਸ਼ੁਰੂ ਹੋ ਜਾਂਦੀ ਸੀ ਸਾਡੀ ਜ਼ਮੀਨ, ਤੇ ਅੱਗੇ ਤੱਕ ਜਾਂਦੀ ਸੀ। ਤੇ ਉਹ ਤਾਇਆ ਜੀ ਹੁਣਾਂ ਨੇ ਤਾਂ ਉੱਥੇ ਹੀ ਘਰ ਬਣਾਇਆ, ਤੇ ਉਹ ਜੌਬ 'ਚ ਸੀਗੇ, ਤੇ ਦਾਰ ਜੀ ਨੇ ਫਿਰ ਕਿਉਂਕਿ ਖੇਤੀਬਾੜੀ ਦਾ ਕੰਮ ਕਰਦੇ ਸੀਗੇ, ਤੇ ਫਿਰ ਇਹਨਾਂ ਨੇ ਇਸ ਕਰਕੇ ਇੱਥੇ ਘਰ ਇੱਥੇ ਬਣਾਇਆ। ਨਹੀਂ ਇਦਾਂ ਨਹੀਂ ਸੀਗਾ, ਮਤਲਬ ਉੱਥੇ ਵੀ ਉਹ ਦੋ ਹੀ ਹਿੱਸੇ ਹੋਏ ਸੀ ਸਾਰੇ, ਪਰ ਦਾਰ ਜੀ ਨੇ ਉੱਥੇ ਘਰ ਨਹੀਂ ਬਣਾਇਆ। ਔਰ ਇਹਨਾਂ ਦੀਆਂ ਯਾਦਾਂ ਇੱਦਾਂ ਆ ਕਿ ਉੱਥੇ ਘਰ 2 ਸਨ ਡਸਕੇ ਦੇ ਵਿੱਚ, ਇਹਨਾਂ ਦੇ ਦੱਸਣ ਮੁਤਾਬਕ, ਜਿੱਦਾਂ ਇਹ ਦੱਸਦੇ ਨੇ ਕਿ ਇੱਕ ਤਾਂ ਘਰ ਸੀਗਾ ਕਿ ਜਿੱਥੇ ਪ੍ਰੋਪਰ ਠਠਿਆਰਾ ਮਹੱਲੇ 'ਚ ਘਰ ਸੀਗਾ, ਔਰ ਗਰਾਊਂਡ ਫਲੋਰ 'ਤੇ ਹੁੰਦਾ ਸੀਗਾ ਕਿ ਗੈਸਟ ਰੂਮ ਟਾਈਪ ਲਗਾ ਲਓ ਤੁਸੀਂ, ਜਿੱਥੇ ਬਾਪੂ ਜੀ ਹੁਣਾਂ ਕੋਲ ਸਾਰੇ ਆਉਂਦੇ ਸੀ, ਬੈਠਦੇ ਸੀਗੇ। ਔਰ ਫਸਟ ਫਲੋਰ 'ਤੇ ਕਿਚਨ ਹੁੰਦਾ ਸੀਗਾ, ਉੱਥੇ ਲੇਡੀਜ਼ ਨੇ ਰਹਿਣਾ, ਔਰ ਉਹ ਲੇਡੀਜ਼ ਦਾ ਕੋਈ ਲਿੰਕ ਨਹੀਂ ਹੁੰਦਾ ਸੀਗਾ ਥੱਲੇ ਵਾਲੇ ਪੋਰਸ਼ਨ ਦੇ ਨਾਲ। ਔਰ ਉੱਥੇ ਹੀ ਇਹਨਾਂ ਦਾ ਗੋਦਾਮ ਹੁੰਦਾ ਸੀ ਦਾਣਿਆਂ ਵਾਲਾ, ਔਰ ਸਾਰਾ ਜੋ ਸਾਰੀ ਵੀ ਫਸਲ ਵਗੈਰਾ ਜਿਹੜੀ ਆਉਂਦੀ ਸੀ ਉਸੇ ਘਰ 'ਚ ਹੀ ਆਉਂਦੀ ਸੀ। ਔਰ ਉਹ ਕਾਫੀ ਰਸ਼ ਜਿਹਾ ਹੋਏਗਾ, ਜਾਂ ਗਲੀਆਂ ਛੋਟੀਆਂ, ਕਹਿੰਦੇ ਕਿ ਉਹ ਗਧਿਆਂ 'ਤੇ ਉਹ ਸਾਰੀ ਫਸਲ ਆਉਣੀ ਉੱਥੇ, ਇੱਦਾਂ ਵੱਡੀਆਂ ਸੜਕਾਂ ਜਾਂ ਖੁੱਲੀਆਂ ਗਲੀਆਂ ਨਹੀਂ ਹੋਣਗੀਆਂ ਉਸ ਟਾਈਮ 'ਤੇ। ਉਸ ਤੋਂ ਅੰਦਾਜ਼ਾ ਅਸੀਂ ਲਾਉਂਦੇ ਹਾਂ ਕਿ ਕਾਫੀ ਉਹ ਰਸ਼ ਵਾਲੀ ਜਗ੍ਹਾ 'ਤੇ ਹੋਏਗਾ। ਔਰ ਦੂਸਰਾ ਜਿਹੜਾ ਸੀ ਉਹ ਕੋਠੀ ਬਾਪੂ ਜੀ ਨੇ ਬਣਾਈ ਸੀ ਕਿ ਬਾਹਰ, ਔਰ ਜਿੱਥੇ ਕਿ ਉਹਨਾਂ ਕੋਲ ਸਾਰੇ ਆਫਿਸਰ ਵਗੈਰਾ ਆਉਂਦੇ ਸੀ, ਜਾਂ ਜੋ ਵੀ ਲੋਕ ਉਹਨਾਂ ਕੋਲ ਆਉਂਦੇ ਹੋਣਗੇ ਕੰਮ ਕਰ ਲਈ, ਤੇ ਉਹ ਕਾਫੀ ਟਾਈਮ ਫਿਰ ਉੱਥੇ ਵੀ ਆਪਣਾ ਸਪੈਂਡ ਕਰਦੇ ਸਨ। ਹਾਂਜੀ। ਔਰ ਇਹ ਕੀ ਸੀਗਾ ਕਿ ਇਹ ਦਾਰ ਜੀ ਤੇ ਪਾਰਟੀਸ਼ਨ ਟਾਈਮ ਇੱਥੇ ਹੀ ਸੀਗੇ, ਆਪਣੇ ਇਹਨਾਂ ਦੇ ਨਾਨਕੇ ਨੇ ਖਮਾਣੋਂ ਉੱਥੇ ਆਏ ਹੋਏ ਸੀਗੇ। ਇਹਨਾਂ ਤੋਂ ਪਿੱਛੋਂ ਬਾਪੂ ਜੀ ਹੁਣੀ ਆਏ, ਕਿਉਂਕਿ ਪਾਰਟੀਸ਼ਨ ਦਾ ਰੌਲਾ ਉਸ ਤੋਂ ਬਾਅਦ ਹੀ ਹੋਇਆ, ਔਰ ਉਹਨਾਂ ਨੂੰ ਆਉਣਾ ਪਿਆ। ਔਰ ਜਿਹੜੇ ਤਾਇਆ ਜੀ ਸਨ ਸਾਡੇ, ਉਹ ਵਜ਼ੀਰਾਬਾਦ ਸੀਗੀ ਉਹਨਾਂ ਦੀ ਪੋਸਟਿੰਗ, ਤਹਿਸੀਲਦਾਰ ਸਨ ਉਸ ਟਾਈਮ 'ਤੇ ਉੱਥੇ। ਕਿਉਂਕਿ ਡਸਕੇ ਦੇ ਵਿੱਚ ਤਾਂ ਦੱਸਦੇ ਨੇ ਕਿ ਬੜਾ ਸੇਫ ਸੀਗਾ, ਕਿਉਂਕਿ ਜਿਹੜੀ ਆਪਣੀ ਸਾਡੀਆਂ ਸਾਰੀ ਫੈਮਿਲੀ ਵੀ ਸੀਗੀਆਂ, ਜਿਹੜੇ ਆਪਣੇ ਬਾਬਰ ਹਾਂ, ਜਿਹੜੇ ਉਹਨਾਂ ਦੇ ਦਾਦਾ ਜੀ ਸਨ ਖਾਨ, ਉਹਨਾਂ ਨੇ ਉਹ ਸਾਈ ਸਨ, ਤੇ ਉਹਨਾਂ ਨੇ ਬਹੁਤ ਜ਼ਿਆਦਾ, ਔਰ ਚੌਧਰੀ ਸ਼ਫਰੁੱਲਾ ਸਾਹਿਬ ਔਰ ਚੌਧਰੀ ਜ਼ਫਰੁੱਲਾ, ਹਾਂਜੀ, ਔਰ ਉਹਨਾਂ ਨੇ ਕਾਫੀ ਮਤਲਬ ਕਿ ਉੱਥੇ ਤੇ ਬੜੇ ਸੇਫ ਸੀਗੇ। ਮੇਰੇ ਜਿਹੜੇ ਦਾਦੀ ਸੱਸ ਸਨ ਉਹਨਾਂ ਨੂੰ ਮੈਂ ਦੇਖਿਆ ਹੋਇਆ, ਉਹ ਦੱਸਦੇ ਸੀਗੇ ਕਿ ਉੱਥੇ ਤੇ ਮਤਲਬ ਬਹੁਤ ਸੇਫ ਸੀਗੇ, ਲਾਈਕ ਫੈਮਲੀ। ਉੱਥੇ ਸਾਨੂੰ ਕਹਿੰਦੇ ਕੁਝ ਕ੍ਰਾਈਸਿਸ ਦਾ ਨਹੀਂ ਸੀ ਪਤਾ ਕਿ ਉਹ ਹਿੰਦੂ ਮੁਸਲਿਮ ਜਾਂ ਕੁਝ ਪਾਰਟੀਸ਼ਨ ਹੋ ਗਈ ਆ, ਕਿਉਂਕਿ ਉਹਨਾਂ ਨੇ ਬੜੇ ਸੇਫਲੀ ਸਾਨੂੰ ਕਹਿੰਦੇ ਉਹ ਛੱਡ ਕੇ ਗਏ ਸੀ, ਕਿ ਕੁਝ ਇੱਦਾਂ ਦਾ ਨਹੀਂ ਹੈਗਾ ਸੀਗਾ ਕਿ ਉਸ ਟਾਈਮ 'ਤੇ ਉਹਨਾਂ ਦੇ ਨਾਲ ਕੁਝ ਬੁਰਾ ਹੋਇਆ ਜਾਂ ਗਲਤ ਹੋਇਆ, ਕਿਉਂਕਿ ਉਹ ਫੈਮਲੀ ਵਾਂਗੂ ਸੀ ਸਾਰੇ ਜਾਣੇ। ਤੇ ਹਾਂਜੀ, ਫਿਰ ਉਹ ਵਜ਼ੀਰਾਬਾਦ ਉਹਨਾਂ ਦੀ ਤਾਇਆ ਜੀ ਦੀ ਪੋਸਟਿੰਗ ਸੀ, ਉੱਥੇ ਥੋੜ੍ਹੇ ਮਾਹੌਲ ਖ਼ਰਾਬ ਹੋਣਗੇ, ਕਿ ਉਹ ਪਤਾ ਹੀ ਹੁੰਦਾ ਹੈ ਕਿ ਜਿੱਦਾਂ ਇੱਕ ਆਫਿਸਰ ਆ ਔਰ ਉਹ ਸਿੱਖ ਆ, ਉਹ ਇੱਕਦਮ ਜਾਂ ਜ਼ਿਆਦਾ ਮੁਸਲਿਮ ਏਰੀਆ ਹੋਏਗਾ ਜਾਂ ਕੁਛ ਇੱਦਾਂ ਦਾ ਹੋਇਆ ਹੋਏਗਾ ਉਸ ਟਾਈਮ 'ਤੇ। ਅਤੇ ਉਹਨਾਂ ਨੇ ਫਿਰ ਕੀ ਕੀਤਾ ਕਿ ਜਿਹੜੇ ਚੌਧਰੀ ਨਸਰੁੱਲਾ ਸੀਗੇ, ਉਹ ਲੈ ਕੇ ਆਏ ਸਨ ਉਹਨਾਂ ਨੂੰ ਆਪਣੀ ਹਿੰਮਤ ਨਾਲ, ਆਪਣੀ ਗੱਡੀ ਦੇ, ਕਿ ਮੇਰਾ ਬੇਟਾ ਆ। ਹਾਂਜੀ, ਬਿਲਕੁਲ। ਇਹ ਆਪਣੇ ਇਹਨਾਂ ਨੇ ਜਿਹੜੇ ਦਾਦੀ ਸੱਸ ਸਨ ਉਹ ਗੱਲਾਂ ਕਰਦੇ ਹੁੰਦੇ ਸਨ, ਜਿਹੜੇ ਚੌਧਰੀ ਸ਼ਫਰੁੱਲਾ ਖਾਨ ਹੁੰਦੀਆਂ, ਅਤੇ ਉਹ 4 ਭਰਾ ਸੀਗੇ, ਉਹਨਾਂ ਦੇ ਬਾਰੇ ਅਸੀਂ ਇਹਨਾਂ ਕੋਲੋਂ ਹੀ ਸੁਣਦੇ, ਪਰ ਹੁਣ ਇਹਨਾਂ ਦੀ ਮਾਈਂਡ ਉਹ ਠੀਕ ਨਾ ਹੋਣ ਕਰਕੇ, ਅਤੇ ਉਹਦੇ 'ਚ ਥੋੜ੍ਹੀ ਪਰ ਕਿਉਂਕਿ ਤੁਸੀਂ ਮਿਲੇ ਆ ਮਤਲਬ ਇਹਨਾਂ ਦੇ ਮਦਰ ਜੀ, ਹਾਂਜੀ ਮਦਰ, ਉਹਨਾਂ ਦਾ ਬੇਟਾ ਹੀ ਸੀ ਤਹਿਸੀਲਦਾਰ, ਜਿਹਨਾਂ ਨੂੰ ਕੱਢ ਕੇ ਲਿਆਏ ਸੀ। ਅਸਲ 'ਚ ਇੱਦਾਂ ਹੈ, ਜਿਹੜੇ ਦਾਰ ਜੀ ਸਾਡੇ ਨੇ ਨਾ, ਇਹਨਾਂ ਦੇ ਜਿਹੜੇ ਪਾਪਾ ਸੀਗੇ, ਜਿਹੜੇ ਜੈਲਦਾਰ ਸਾਹਿਬ ਸਨ, ਉਹਨਾਂ ਦੀਆਂ 2 ਮੈਰਿਜਿਸ ਸੀਗੀਆਂ। ਉਹ ਫਸਟ ਮੈਰਿਜ 'ਚੋਂ ਸਨ ਤਾਇਆ ਜੀ। ਮਤਲਬ ਉਹਨਾਂ ਨੂੰ ਅਹਿਸਾਸ ਤਾਂ ਹੋਣਾ ਕਿ ਉਹਨੂੰ ਕੱਢ ਕੇ ਲਿਆਏ ਸੀ। ਨਹੀਂ, ਮਤਲਬ ਇਹ ਸਿਰਫ ਕਹਿਣ ਨੂੰ ਹੀ ਆ ਕਿ ਸੈਕਿੰਡ ਮੈਰਿਜ ਫਸਟ ਮੈਰਿਜ 'ਚੋਂ। ਅਸਲ 'ਚ ਸਾਡੀ ਫੈਮਿਲੀ 'ਚ ਬਹੁਤ ਮਤਲਬ ਪਿਆਰ, ਹਾਂਜੀ, ਅੱਜ ਤੱਕ ਵੀ ਹੈਗਾ, ਸਾਰੇ ਕੋਆਪਰੇਟਿਵ ਆ, ਸਾਰੇ ਇੱਕ ਦੂਜੇ ਨਾਲ ਮਿਲਦੇ ਨੇ। ਉਸ ਵੇਲੇ ਮਤਲਬ ਵਜ਼ੀਰਾਬਾਦ 'ਚ ਉਹਨਾਂ ਨੂੰ ਕੱਢ ਕੇ ਲਿਆਉਣਾ, ਹਾਂਜੀ, ਔਰ ਬਿਲਕੁਲ ਘੇਰੇ 'ਚੋਂ ਲੈ ਕੇ, ਔਰ ਬਹੁਤ ਜ਼ਿਆਦਾ ਹਜੂਮ ਕਹਿੰਦੇ ਇਕੱਠਾ ਹੋ ਗਿਆ ਸੀ, ਜਿਹਦੇ 'ਚੋਂ ਲੈ ਕੇ ਆਏ ਸਨ। ਆਖਣਾ ਹੀ ਵੱਢਣਾ ਬੰਦਾ ਜਿਹੜਾ ਤਹਿਸੀਲਦਾਰ ਨੂੰ, ਤੇ ਉਹ ਚੌਧਰੀ ਸਾਹਿਬ ਕਹਿਣ ਲੱਗੇ ਕਿ ਮੈਨੂੰ ਤੁਸੀਂ ਪਹਿਲਾਂ ਮਾਰੋਗੇ ਤੇ ਫੇਰ ਹੀ ਇੱਥੋਂ ਤੱਕ ਪਹੁੰਚ ਸਕੋਗੇ, ਨਹੀਂ ਤੇ ਨਹੀਂ, ਇਹਨਾਂ ਤੱਕ ਪਹੁੰਚ ਨਹੀਂ ਸਕਦੇ ਤੁਸੀਂ। ਮਤਲਬ ਇੰਨਾ ਪਿਆਰ ਸੀਗਾ।
ਬਹੁਤ ਜ਼ਿਆਦਾ ਵਾਹ। ਮਤਲਬ ਇਹਨਾਂ ਨੂੰ ਸੁਣ ਕੇ ਮਤਲਬ ਅਸੀਂ ਵੀ ਇਮੋਸ਼ਨਲ ਹੋ ਜੀਦਾ ਆ, ਮਤਲਬ ਅਸੀਂ ਇਹ ਵਰਡਸ 'ਚ ਐਕਸਪਲੇਨ ਨਹੀਂ ਕਰ ਸਕਦੇ ਇਸ ਮੇਰੇ ਚੀਜ਼ ਖਿਆਲ ਨੂੰ। ਉਹ ਸ਼ਾਹੀ ਫੈਮਿਲੀ ਨੇ ਜਿਹੜੀ ਕਿ ਮੁਸਲਿਮ ਫੈਮਿਲੀ ਸੀ ਔਰ ਬੜਾ ਨਾਂ ਸੀ ਉਹਨਾਂ ਦਾ ਪੂਰੇ ਹਾਂਜੀ। ਪੰਜਾਬ 'ਚ, ਇੰਡੀਆ 'ਚ। ਉਹਨਾਂ ਨੇ ਮੈਨੂੰ ਲੱਗਦਾ ਜੀ ਕਿ 10 ਦੇ ਵਿੱਚ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਕੋਈ ਸਿੱਖ ਹਿੰਦੂ ਸਿੰਘ ਕਿਤੇ ਕਤਲ ਨਹੀਂ ਕੀਤਾ। ਹਾਂ ਨਹੀਂ ਕਿਉਂਕਿ ਉਹ ਬਹੁਤ ਉਹਨਾਂ ਦਾ ਅਸਰ ਸੂਖ ਵੀ ਸੀਗਾ, ਔਰ ਇੱਕ ਉਹਨਾਂ ਦੀ ਸੋਚ ਦੇਖੋ ਕਿੰਨੀ ਉਹਨਾਂ ਦੀ ਵਧੀਆ ਸੀ, ਔਰ ਪ੍ਰੇਮ ਆਪਸ ਦੇ ਵਿੱਚ ਸਭ ਦਾ ਇੰਨਾ ਜ਼ਿਆਦਾ ਸੀ, ਇਤਫਾਕ ਇੰਨਾ ਜ਼ਿਆਦਾ ਸੀਗਾ ਆਪਸ ਦੇ ਵਿੱਚ। ਹੁਣ ਦੇਖ ਲਓ ਤੀਜੀ ਪੀੜ੍ਹੀ ਆ ਗਈ ਆ, ਹਾਂਜੀ ਉਹ ਜਦੋਂ ਬਾਬਰ ਹੁਣੀ ਗੱਲ ਕਰਦੇ ਆ, ਉਹ ਆਪਣੇ ਜਿੱਦਾਂ ਨਾ ਚਾਚੇ ਤਾਏ ਭੈਣ ਭਰਾ, ਬਹੁਤ ਭਾਬੀ, ਬਹੁਤ ਇਸ ਤਰ੍ਹਾਂ ਗੱਲ ਕਰਦੇ ਆ। ਦੇਖੋ ਇੰਨਾ ਪਿਆਰ ਇੱਕ ਉਦਾਹਰਨ ਆ। ਬਿਲਕੁਲ ਜੀ। ਇਹ ਜਿਹੜੀਆਂ ਹੈਗੀਆਂ ਨੇ ਕਿ ਉਹ ਪਾਰਟੀਸ਼ਨ ਹੋ ਗਈ ਜਾਂ ਕੁਛ, ਉਹ ਮਾਇਨੇ ਨਹੀਂ ਰੱਖਦੀਆਂ। ਮੈਨੂੰ ਲੱਗਦਾ ਕਿ ਇਨਸਾਨ ਨੂੰ ਰਿਸ਼ਤੇ ਤਾਂ ਦਿਲ ਤੋਂ ਹਨ ਔਰ ਇਹਨਾਂ ਸੋਚ ਨਾਲ ਤੋਂ। ਤਾਂ ਲਹੂ ਦੇ ਰਿਸ਼ਤੇ ਵੀ ਆ, ਲਹੂ ਦੇ 2-4 ਪੀੜ੍ਹੀਆਂ ਪਹਿਲਾਂ 2-4 ਪੀੜ੍ਹੀਆਂ ਕੋਈ ਹੁੰਦੀਆਂ। ਹੋਣਗੇ। ਬਿਲਕੁਲ। ਤੁਸੀਂ ਮੰਨੋਗੇ ਨਹੀਂ ਕਿ ਪਹਿਲਾਂ ਜਦੋਂ ਕਿ ਮੇਰੀ ਮੈਰਿਜ ਹੋਈ ਆ 92 'ਚ, ਬੀਜੀ ਵੀ ਸਨ ਜਿਹੜੇ ਮੇਰੇ ਦਾਦੀ ਸੱਸ ਸਨ, ਮਤਲਬ ਘਰ ਦੇ ਵਿੱਚ ਬਹੁਤ ਘੱਟ ਜ਼ਿਕਰ ਕਰਨਾ, ਕਿਉਂਕਿ ਉਹਨਾਂ ਦਾ ਮਨ ਹੀ ਇੰਨਾ ਭਰ ਜਾਣਾ ਔਰ ਉਹਨਾਂ ਨੇ ਇੰਨੇ ਦੁਖੀ ਹੋ ਜਾਣਾ ਕਿ ਫਿਰ ਅਸੀਂ ਸੋਚਣਾ ਕਿ ਉਸ ਟੌਪਿਕ 'ਤੇ ਗੱਲ ਹੀ ਨਾ ਕੀਤੀ ਜਾਵੇ, ਇਹ ਟੌਪਿਕ ਜਿਹੜਾ ਆ ਇਹਨੂੰ ਨਾ। ਤੇ ਇੰਨੇ ਜ਼ਿਆਦਾ ਉਹ ਹੋ ਜਾਂਦੇ ਸਨ ਅਪਸੈਟ ਕਿ ਬਹੁਤ ਉਸ ਇਹ ਤਾਂ ਹੁਣ ਵੀ ਮਤਲਬ ਵੀ ਚਾਹੇ ਇਹਨਾਂ ਦੀ ਤਬੀਅਤ ਨਹੀਂ ਠੀਕ, ਪਰ ਕੋਈ ਗੱਲ ਕਰੋ ਤੇ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਇਮੋਸ਼ਨਲ ਹੋ ਜਾਂਦੇ ਨੇ। ਕਿਉਂਕਿ ਜਿਹੜੇ ਵੱਡੇ ਪਰਿਵਾਰ ਸੀ ਉਹਨਾਂ ਨੂੰ ਵੱਧ ਨੁਕਸਾਨ ਹੋਇਆ। ਜਿਹੜੇ ਸਾਡੇ ਬਾਪੂ ਜੀ ਸਨ, ਅਸਲ 'ਚ ਇਹਨਾਂ ਕਿ ਉਹਨਾਂ ਦੇ ਨਾਲ 40-50 ਬੰਦੇ ਤੇ ਰਹਿੰਦੇ ਹੀ ਸੀਗੇ ਉਸ ਟਾਈਮ ਤੇ। ਉਹਨਾਂ ਕੋਲ ਗੱਡੀ ਸੀ ਆਪਣੀ, ਗੱਡੀ ਆਪਣੀ ਸੀ, ਗੱਡੀ ਆਪਣੀ ਸੀ ਉਹਨਾਂ ਦੀ, ਔਰ ਉਹਨਾਂ ਦੇ 2 ਰੱਖੀਆਂ ਆਪਣੀਆਂ। 10-20 ਬੰਦੇ ਉਹਨਾਂ ਦੇ ਨਾਲ ਰਹਿਣੇ ਨੇ ਐਵਰੀ ਟਾਈਮ, ਮਤਲਬ ਵੀ ਦਿਨ ਰਾਤ 24/7 ਵਾਲਾ ਸਿਸਟਮ ਸੀ, ਉਹਨਾਂ ਦੇ ਨਾਲ ਹੀ ਰਹਿੰਦੇ ਸੀ। ਔਰ ਇੱਥੇ ਆਣ ਕੇ ਉਹਨਾਂ ਨੂੰ ਉਹ ਚੀਜ਼ ਅਸੈਪਟ ਕਰ ਨਹੀਂ ਸਕੇ ਉਹ। ਵੱਡਾ ਝਟਕਾ ਸੀ। ਹਾਂਜੀ ਉਹ ਚੀਜ਼। ਔਰ ਪਹਿਲਾਂ ਇਹਨਾਂ ਨੂੰ ਜ਼ਮੀਨ ਪਈ ਸਰਹੰਦ, ਉੱਥੇ ਇਹਨਾਂ ਨੂੰ ਅਲਾਟ ਹੋ ਗਈ ਜ਼ਮੀਨ, ਤੇ ਸਰਹੰਦ ਇਹ ਚਲੇ ਗਏ, ਉੱਥੇ ਘਰ ਵੀ ਮਿਲਿਆ। ਫਿਰ ਇੱਥੇ ਜਿਹੜੇ ਸੀ ਨਾਲ ਬਰਾਦਰੀ ਦੇ, ਔਰ ਉਹ ਫਿਰ ਗਏ ਬਾਪੂ ਜੀ ਕੋਲ, ਕਹਿੰਦੇ ਕਿ ਤੁਸੀਂ ਜੇਕਰ ਤੁਸੀਂ ਸਾਡੇ ਜੈਲਦਾਰ ਹੋ ਤੇ ਤੁਸੀਂ ਇੱਦਾਂ ਸਾਡੇ ਤੋਂ ਦੂਰ ਕਿੱਦਾਂ ਰਹਿ ਸਕਦੇ ਹੋ, ਔਰ ਤੁਹਾਡੇ ਤੋਂ ਬਿਨਾਂ ਅਸੀਂ ਮਤਲਬ ਕਿੱਦਾਂ ਆ, ਅਸੀਂ ਤੁਹਾਡੇ ਤੋਂ ਬਿਨਾਂ ਨਹੀਂ। ਫਿਰ ਉਹਨਾਂ ਨੇ ਉੱਥੋਂ ਸਰਹੰਦ ਵਾਲੀ ਉੱਥੋਂ ਫਿਰ ਇੱਥੇ ਅਲਾਟਮੈਂਟ ਕਰਵਾਈ, ਫਿਰ ਆਪਣੀ ਇੱਥੇ ਹੀ ਬਰਾਦਰੀ ਦੇ ਵਿੱਚ ਆਏ। ਪਰ ਉਹ ਥੋੜ੍ਹੇ ਮੈਂਟਲੀ ਅਪਸੈਟ ਹੋ ਗਏ ਲਾਸਟ ਟਾਈਮਸ ਦੇ ਵਿੱਚ, ਡਿਪਰੈਸ਼ਨ, ਬਿਕੋਜ਼ ਆਫ ਡਿਪਰੈਸ਼ਨ। ਔਰ ਤੁਸੀਂ ਦੇਖੋ ਕਿ ਉਹਨਾਂ ਨੇ ਉਹ ਚੀਜ਼ ਦਾ ਬਹੁਤ ਅਸਰ ਹੋਇਆ ਉਹਨਾਂ 'ਤੇ, ਕਿਉਂਕਿ ਉੱਥੇ ਉਹਨਾਂ ਦੀ ਗੱਲ ਬਹੁਤ ਮੰਨੀ ਜਾਂਦੀ ਸੀ। ਇੱਕ ਉਹਨਾਂ ਦੀਆਂ ਇੰਨੀਆਂ ਪੀੜ੍ਹੀਆਂ ਨੇ ਉੱਥੇ ਆਪਣੇ ਇੱਕ ਲੈਵਲ ਅਚੀਵ ਕੀਤਾ ਸੀ। 20-22 ਪਿੰਡਾਂ ਦੇ ਤਰ੍ਹਾਂ ਨਾਲ ਜੈਲਦਾਰ ਹਾਂਜੀ, ਔਰ ਉਹ ਇੱਕ ਲੈਵਲ ਅਚੀਵ ਕੀਤਾ ਸੀ। ਉਸ ਲੈਵਲ ਨੂੰ ਮਤਲਬ ਇੱਥੇ ਉਹ ਠੀਕ ਆ, ਅੱਜ ਅਸੀਂ ਬਹੁਤ ਵਧੀਆ ਆ, ਵੈਲ ਸੈਟਲਡ ਆ ਇਹਨਾਂ ਕਰਕੇ, ਕਿਉਂਕਿ ਇਹਨਾਂ ਦਾ ਹਾਰਡ ਵਰਕ ਆ। ਇਹਨਾਂ ਨੇ ਉਹ ਚੀਜ਼ਾਂ, ਉਹ ਵਿਰਾਸਤ ਸਾਡੇ ਲਈ ਸੰਭਾਲ ਕੇ ਰੱਖੀ ਹੈ ਨਾ, ਆਪਣੀ ਪ੍ਰਾਪਰਟੀ ਔਰ ਆਪਣਾ ਸਾਰਾ ਕੁਝ ਹੈ ਨਾ। ਸਾਨੂੰ ਇੰਨਾ ਕੁਝ ਇਹਨਾਂ ਨੇ ਦਿੱਤਾ ਸਾਨੂੰ, ਔਰ ਅਸੀਂ ਇੱਕ ਲੈਵਲ, ਮੈਨੂੰ ਲੱਗਦਾ ਕਿ ਅਸੀਂ ਅੱਜ ਅਚੀਵ ਕੀਤਾ ਲੈਵਲ, ਇੱਕ ਸੁਸਾਇਟੀ 'ਚ ਆਪਣੀ ਇੱਕ ਜਗ੍ਹਾ ਆ ਸਾਡੀ, ਹੈ ਨਾ। ਔਰ ਇਹ 3 ਬ੍ਰਦਰਸ ਨੇ, ਇਹਨਾਂ ਦੇ 3 ਬੇਟੇ ਨੇ, 3 ਬੇਟੇ ਨੇ, ਵੱਡੇ ਭਾਜੀ ਨੇ, ਔਰ ਸਰਦਾਰ ਜਸਪੀਰ ਸਿੰਘ ਸਾਹੀ, ਇਹ ਦੂਸਰੇ ਨੰਬਰ ਸਰਦਾਰ ਕੁਲਬੀਰ ਸਿੰਘ ਸਾਹੀ, ਔਰ ਛੋਟੇ ਸਰਦਾਰ ਗੁਰਜੀਤ ਸਿੰਘ ਸਾਹੀ। ਹਾਂਜੀ, ਔਰ ਇਹਨਾਂ ਦੀਆਂ ਬੇਟੀਆਂ ਨੇ ਦੋਨੇ ਅਮਰੀਕਾ, ਭਾਜੀ ਦੀਆਂ ਵੱਡਿਆਂ ਦੀਆਂ, ਹਾਂਜੀ, ਉਹ ਵਾਸ਼ਿੰਗਟਨ ਹੁੰਦੀਆਂ ਨੇ। ਛੋਟੀ ਬੇਟੀ ਨੇ ਸਾਡੀ ਨੇ ਉਹ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਨਿਊਯਾਰਕ ਯੂਨੀਵਰਸਿਟੀ ਤੋਂ, ਔਰ ਬੇਟਾ ਆ ਮੇਰਾ ਬੇਟਾ, ਉਹ ਹੁੰਦਾ ਆ ਕੈਨੇਡਾ, ਵਾਟਰਲੂ ਯੂਨੀਵਰਸਿਟੀ ਦਾ ਇੰਜੀਨੀਅਰ ਆ, ਸਿਵਲ ਇੰਜੀਨੀਅਰਿੰਗ ਕੀਤੀ ਉਹਨੇ, ਉਹ ਉੱਥੇ ਜੌਬ ਕਰ ਰਿਹਾ। ਔਰ ਇਹਨਾਂ ਦੀਆਂ ਛੋਟੇ ਦੀਆਂ ਬੇਟੀਆਂ ਹਜੇ ਛੋਟੀਆਂ ਨੇ, ਕੈਂਬਰਿਜ ਪੜ੍ਹਦੀਆਂ ਨੇ, ਇੱਕ 9th 'ਚ ਆ ਔਰ ਇੱਕ 7th 'ਚ ਆ। ਤੇ ਤੁਹਾਡੀ ਜਿਹੜੀ ਅਗਲੀ ਜਨਰੇਸ਼ਨ ਆ, ਹਾਂਜੀ ਤੁਹਾਡੇ ਬੱਚੇ ਆ, ਇਹਨਾਂ ਦੀਆਂ ਬੇਟੀਆਂ, ਬੱਚੇ ਛੋਟੇ ਆ, ਹਾਂਜੀ, ਇਹਨਾਂ ਨੂੰ ਤੁਸੀਂ ਫਿਰ ਇਹ ਬਾਤ ਵਾਂਗ ਸੁਣਾਉਂਦੇ ਆ ਆਪਣੇ ਪਰਿਵਾਰ ਦੀ ਹਿਸਟਰੀ? ਬਿਲਕੁਲ ਜੀ। ਸਾਡੇ ਬੱਚਿਆਂ ਨੂੰ ਟੋਟਲੀ ਹਿਸਟਰੀ ਪਤਾ ਹੈ, ਚਾਹੇ ਬੇਟੀਆਂ ਵੀ ਨੇ ਸਾਡੀਆਂ ਵੱਡੀਆਂ ਦੋਨੇ, ਚਾਹੇ ਮੇਰਾ ਬੇਟਾ ਵੀ ਆ। ਤੁਸੀਂ ਐਨੀ ਡੇ ਐਨੀ ਟਾਈਮ ਜਦੋਂ ਮਰਜ਼ੀ ਵੀ ਕਾਲ ਕਰੋਗੇ ਤੇ ਉਹ ਇੱਕ ਜਾਣੇ ਨੂੰ ਜਾਣਦੇ ਨੇ। ਮੋਸਟ ਆਫ ਦਾ ਟਾਈਮਸ ਕੀ ਹੁੰਦਾ ਆ, ਮੈਂ ਦੇਖਿਆ, ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ, ਜਿਹੜੀਆਂ ਚੰਗੀਆਂ ਫੈਮਲੀਜ਼ ਹੁੰਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਆ ਕਿ ਮਦਰਸ, ਮੈਨੂੰ ਲੱਗਦਾ ਮਦਰਸ ਦਾ ਰੋਲ ਸਭ ਤੋਂ ਜ਼ਿਆਦਾ ਹੁੰਦਾ ਬੱਚੇ ਦੀ ਲਾਈਫ 'ਚ। ਉਹ ਸਪੈਸ਼ਲੀ ਉਹ ਇੱਦਾਂ ਕਰਦੀਆਂ ਨੇ ਆਪਣਾ ਮਤਲਬ ਸਟੇਟਸ ਸਿੰਬਲ ਬਣਾ ਲਈ ਕਿ ਸਾਡੇ ਬੱਚਿਆਂ ਨੂੰ ਕੁਝ ਨਹੀਂ ਪਤਾ,
ਪਰ ਮੈਂ ਥੋੜੀ ਡਿਫਰੈਂਟ ਆ। ਮੈਂ ਕਹਿੰਨੀ ਕਿ ਸਾਡੀ ਵਿਰਾਸਤ, ਸਾਡੀ ਜ਼ਮੀਨ ਜ਼ਿਆਦਾ ਸਾਡੇ ਬੱਚੇ ਨੇ ਲੈਣੀ ਹੈ, ਔਰ ਸਾਡੀ ਸਾਰੀ ਨੌਲੇਜ ਵੀ ਬੱਚੇ ਕੋਲ ਹੋਣੀ ਚਾਹੀਦੀ। ਯਾਦਾਂ ਵੀ ਸਾਡੀਆਂ ਜਾਣ, ਸਾਡੀਆਂ ਯਾਦਾਂ ਵੀ ਜਾਣੀਆਂ, ਸਾਡੀ ਫੈਮਿਲੀ ਬੈਕਗ੍ਰਾਉਂਡ, ਕਿ ਅਸੀਂ ਕਿੱਦਾਂ, ਸਾਡਾ ਕੀ ਸਰਵਾਈਵਲ ਸੀ, ਸਾਡੇ ਵੱਡਿਆਂ ਦਾ ਕੀ ਸਰਵਾਈਵਲ ਸੀ। ਬਹੁਤ ਵਧੀਆ ਗੱਲ, ਹਾਂਜੀ, ਕਿ ਇਹ ਚੀਜ਼ਾਂ ਅਸੀਂ ਵਿਰਾਸਤ ਸਾਡੇ ਬੱਚੇ ਹੀ ਸੰਭਾਲਣਗੇ ਨਾ ਸਾਡੀ। ਬਹੁਤ ਵਧੀਆ। ਔਰ ਜੇਕਰ ਅਸੀਂ ਉਹਨਾਂ ਨੂੰ ਹੀ ਨਹੀਂ ਦੱਸਾਂਗੇ ਤਾਂ ਕਿਹਨੂੰ ਦੱਸਾਂਗੇ। ਠੀਕ ਹੈ ਜੀ। ਇੱਕ ਜਦੋਂ ਇਹਨਾਂ ਦੇ ਬੇਟਿਆਂ ਦੀ ਮੈਰਿਜ ਹੋਈ, ਹਾਂਜੀ। ਸਿਆਲਕੋਟ ਚ ਜਿਹੜੇ ਮਤਲਬ ਵੀ ਮੇਰੇ ਜਿੱਦਾਂ ਮੇਰੇ ਪੇਰੈਂਟਸ ਆ ਜਾਂ ਹਾਂਜੀ, ਜਾਂ ਅਸਾਂ ਇਹਨਾਂ ਤੋਂ ਸ਼ੁਰੂ ਕਰ ਇਹਨਾਂ ਤੋਂ ਸ਼ੁਰੂ ਕਰਦੇ ਹਾਂ ਅਸੀਂ। ਇਹਨਾਂ ਤੋਂ ਕਰ ਲੈਂਦੇ, ਇਹਨਾਂ ਤੋਂ ਸ਼ੁਰੂ ਕਰਦੇ ਹਾਂ ਅਸੀਂ। ਇਹਨਾਂ ਦੇ ਜਿਹੜੇ ਹੈਗੇ ਸੀਗੇ ਮੇਰੇ ਮਦਰ ਇਨ ਲਾਅ, ਉਹ ਲਾਸਟ ਈਅਰ ਐਕਸਪਾਇਰ ਹੋਏ ਨੇ। ਉਹ ਸੀਗੇ ਡਸਕੇ ਦੇ ਵਿੱਚ, ਜਿਹੜੇ ਉਹਨਾਂ ਦੇ ਫਾਦਰ ਸੀ ਨਾ, ਜਿਹੜੇ ਇਹਨਾਂ ਦੇ ਸਹੁਰਾ ਸਾਹਿਬ ਸੀਗੇ, ਜਦੋਂ ਇਹ ਡਸਕੇ ਹੁੰਦੇ ਸੀ ਉਹ ਉੱਥੇ SHO ਲੱਗੇ ਹੁੰਦੇ ਸੀ। ਔਰ ਬੇਸਿਕਲੀ ਉਹ ਹੈਗੇ ਸੀਗੇ ਝਬਾਲ ਦੇ ਕੋਲ ਪਿੰਡ ਹੈ ਲਾਲੂ ਘੁੰਮਣ। ਹਾਂਜੀ, ਸਰਦਾਰ ਅਜਾਗਰ ਸਿੰਘ ਕਾਲੋ, ਉਹ ਬਿਫੋਰ ਪਾਰਟੀਸ਼ਨ ਉੱਥੇ SHO ਹੁੰਦੇ ਸੀਗੇ ਡਸਕੇ। ਤੇ ਜਦੋਂ ਫਿਰ ਇਹ ਉਹਨਾਂ ਦਾ ਪਿਆਰ ਵੀ ਭਾਈਆ ਜੀ ਨਾਲ ਬਹੁਤ ਜ਼ਿਆਦਾ ਸੀਗਾ, ਬਾਪੂ ਜੀ ਦੇ ਨਾਲ ਬਹੁਤ ਪਿਆਰ ਸੀ। ਜਦੋਂ ਇਹ ਉੱਥੋਂ ਆਏ ਤੇ ਫਿਰ ਉਹ ਮਿਲਣ, ਉਹਨਾਂ ਦੀ ਪੋਸਟਿੰਗ ਬਟਾਲੇ ਸੀ ਉਸ ਟਾਈਮ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ, ਉਹ ਫਿਰ ਪਹੁੰਚੇ, ਉਹਨਾਂ ਨੇ ਬਾਪੂ ਜੀ ਨਾਲ ਮਿਲੇ ਉਹਨਾਂ ਨੂੰ, ਤੇ ਉਸ ਟਾਈਮ ਤੇ ਉਹਨਾਂ ਨੇ ਵੀ ਬੜੀ ਮਤਲਬ ਸਪੋਰਟ ਕੀਤੀ ਔਰ ਬੜਾ ਪਿਆਰ ਉਹਨਾਂ ਨੇ, ਹੈ ਨਾ, ਕਾਫੀ ਉਹਨਾਂ ਨੇ ਕੀਤਾ, ਇਹਨਾਂ ਦੀ ਕੇਅਰ ਕੀਤੀ। ਉਸ ਤੋਂ ਬਾਅਦ ਇਹਨਾਂ ਦੀ ਮੈਰਿਜ ਹੋਈ ਆ 55 ਦੇ ਵਿੱਚ। ਉਹ ਜਿਹੜੇ ਮੇਰੇ ਮਦਰ ਇਨ ਲਾਅ ਸੀ, ਉਹਨਾਂ ਦੀ ਮੈਰਿਜ 55 ਦੇ ਵਿੱਚ ਹੋਈ। ਉਹ ਕਾਲੋਂ ਸੀਗੇ ਔਰ ਝਬਾਲ ਦੇ ਕੋਲ ਸੀ ਉਹਨਾਂ ਦਾ ਪਿੰਡ। ਉਹ ਮਾਝੇ ਦੇ ਸੀ, ਮਜੈਲ ਸੀ। ਹਾਂਜੀ। ਫਿਰ ਇਹਨਾਂ ਦੀ ਭਾਜੀ ਉਹਨਾਂ ਦੀ ਮੈਰਿਜ ਹੋਈ, ਤੇ ਇਹ ਪਾਕਿਸਤਾਨ ਤੋਂ ਹੀ ਨੇ, ਇਹ ਵਿਰਕ ਨੇ। ਹਾਂਜੀ। ਕਿਹੜਾ ਪਿੰਡ ਸੀ? ਇੱਧਰ ਇਹ ਖੰਨੇ ਦੇ ਕੋਲ ਆ, ਇਹਨਾਂ ਦਾ ਮੁਗਲ ਮਾਜਰਾ ਪਿੰਡ ਆ। ਹਾਂਜੀ, ਉੱਥੇ ਇਹਨਾਂ ਦੀ ਅਲੋਟਮੈਂਟ ਹੋਈ। ਹਾਂਜੀ। ਔਰ ਇਹ ਫਿਰ ਮੇਰੀ ਮੈਰਿਜ ਹੋਈ, ਮੇਰੇ ਪੇਕੇ ਅੰਮ੍ਰਿਤਸਰ ਦੇ, ਅਸੀਂ ਲਾਹੌਰੀਏ ਹਾਂ ਪਿੱਛੋਂ। ਮੇਰੇ ਪੇਕਿਆਂ ਦਾ ਪਿੰਡ ਆ ਲਾਹੌਰ ਦੇ ਵਿੱਚ ਹੁੰਦਾ ਸੀ ਪਿੰਡ ਉੱਪਲ ਹੀ ਆ। ਹਾਂਜੀ। ਇਹ ਤੁਸੀਂ ਵੇਖੋ, ਤੁਸੀਂ ਪਹਿਲੇ ਇਨਸਾਨ ਮਿਲੇ ਕਿ ਜਿਹਨੇ ਇਹ ਕੁਐਸਚਨ ਨਹੀਂ ਕੀਤਾ ਕਿ ਉੱਪਲ ਦੇ ਖੱਤਰੀ ਹੁੰਦੇ ਆ, ਨਹੀਂ ਤਾਂ ਮੋਸਟ ਆਫ ਦਾ ਟਾਈਮਸ ਮੈਨੂੰ ਇਹੀ ਸੁਣਨਾ ਪੈਂਦਾ। ਮੈਨੂੰ ਪਤਾ ਵੀ ਉੱਪਲਾਂ ਦੇ ਮਾਲ ਆਪਣੇ ਦੁਆਬੀ ਚ ਵੀ ਪਿੰਡ ਹੈਗੇ ਆ। ਹਾਂਜੀ। ਜੱਟਾਂ ਦੇ ਵਿਆਸ ਪਿੰਡ, ਅੱਧਾ ਪਿੰਡ ਉੱਪਲ ਜੱਟਾਂ ਦਾ। ਹਾਂਜੀ, ਵੱਡਾ ਪਿੰਡ ਆ। ਹਾਂਜੀ। ਤੇ ਹੋਰ ਵੀ ਪਿੰਡ ਹੈਗੇ ਉੱਪਲਾਂ ਦੇ ਹੈਗੇ, ਖੱਤਰੀ ਵੀ ਹੁੰਦੇ ਆ। ਹਾਂਜੀ। ਜਿਵੇਂ ਇੱਕ ਬੜੇ ਵੱਡੇ ਹੋਏ ਬੰਦੇ ਸਾਡੇ ਜਰਨੈਲ ਰਣਜੀਤ ਸਿੰਘ ਉਹਨਾਂ ਦੇ, ਹਰੀ ਸਿੰਘ ਨਲੂਆ, ਉਹ ਵੀ ਉੱਪਲ ਸੀਗੇ। ਉਹਨਾਂ ਦਾ ਮੈਨੂੰ ਪਤਾ ਹੈ, ਕਿਉਂਕਿ ਆਪਣੀ ਮੈਂ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਦਾ ਇੰਨਾ ਯਾਦ ਰੱਖਦੀ ਹਾਂ, ਆਪਣੇ ਬਾਰੇ ਵੀ ਥੋੜੀ ਬਹੁਤੀ ਸਟੱਡੀ ਕਰਦੀ ਰਹੀ ਹਾਂ। ਹਾਂਜੀ। ਇਹ ਉਹ ਇੱਥੋਂ ਦੇ ਹੀ ਨੇ, ਦੁਆਬੇ ਦੇ ਹੀ ਨੇ। ਇਹ ਜਲੰਧਰ ਦੇ ਕੋਲ ਪਿੰਡ ਆ। ਇਹ ਆ ਛੋਟੀ ਦਰਾਣੀ ਮੇਰੀ। ਇਹ ਪਾਖੜੀਆਣਾ ਆ, ਤੱਲਣ ਸਾਹਿਬ ਆ ਨਾ ਗੁਰਦੁਆਰਾ, ਉਹਦੇ ਨਾਲ ਵਾਲਾ ਹੀ ਪਿੰਡ ਆ। ਮਤਲਬ ਤੁਸੀਂ ਮਤਲਬ ਬਿਲਕੁਲ ਜਦੋਂ ਆਖਰ ਤੇ ਮੈਂ ਦੁਆਬੇ ਚ ਆ ਗਏ ਸੀ। ਹਾਂਜੀ। ਇਹ ਦੁਆਬੇ ਚ ਆਏ, ਦੁਆਬੇ ਚ ਆ ਗਏ। ਪਹਿਲਾਂ ਤੁਸੀਂ ਦੂਰ ਰਹੇ। ਅਸਲ 'ਚ ਕੀ ਸੀਗਾ ਕਿ ਇਹਨਾਂ ਦੀ ਵੀ ਮੈਰਿਜ ਉੱਧਰ ਹੀ ਹੋਈ, ਮਾਝੇ ਵੱਲ। ਮੇਰੇ ਫਾਦਰ ਸਾਹਿਬ, ਵੈਸੇ ਸਾਡਾ ਪਿੰਡ ਆ ਅੰਮ੍ਰਿਤਸਰ ਦੇ ਨਾਲ ਭਲਾ ਪਿੰਡ, ਸ਼ੂਗਰ ਮਿਲ ਆ ਉੱਥੇ ਅਜਨਾਲਾ ਰੋਡ 'ਤੇ। ਅਤੇ ਇਹਨਾਂ ਦੀ ਵੀ ਮੈਰਿਜ ਉੱਧਰ ਹੋਈ, ਔਰ ਇਹਨਾਂ ਨੂੰ ਵੀ ਮਾਝੇ 'ਚ ਹੀ ਵਿਆਹ ਤਾ ਇਹਨਾਂ ਨੇ, ਹੈ ਨਾ, ਮੇਰੇ ਹਸਬੈਂਡ ਨੂੰ ਵੀ। ਅਤੇ ਫਿਰ ਥੋੜ੍ਹਾ ਜਿਹਾ ਇਹਨਾਂ ਨੂੰ ਹੋਇਆ ਕਿ ਚਲੋ ਹੁਣ ਇੱਥੇ ਜਿੱਥੇ ਦੁਆਬੇ 'ਚ ਆ ਕੇ ਬੈਠੇ ਆ, ਹੁਣ ਇੱਥੇ ਹੀ ਕਰ ਲਈਏ। ਮਤਲਬ ਹੌਲੀ ਹੌਲੀ ਅਸੈਪਟ ਕਰਨਾ ਸ਼ੁਰੂ ਕਰ ਦਿੱਤਾ ਕਿ ਹੁਣ। ਉਹ ਇਹ ਗੱਲ ਮੈਂ ਸਵਾਲ ਹਰੇਕ ਨੂੰ ਪੁੱਛਦਾ ਹੁੰਦਾ ਕਿ 70 ਸਾਲ ਬੀਤਣ ਤੋਂ ਬਾਅਦ ਵੀ ਕਈ ਲੋਕ ਹਾਲੇ ਤੱਕ ਰਿਸ਼ਤੇ ਨਹੀਂ ਕਰਦੇ। ਜਿਹੜੇ ਉਹ ਪਿੱਛੋਂ ਆਏ ਨਾ ਜੀ, ਉਹ ਲਕੀਰਾਂ ਮਿਲੀਆਂ ਨੇ। ਨਹੀਂ, ਇੱਥੇ ਸਾਡੀ ਫੈਮਿਲੀ 'ਚ ਨਾ ਥੋੜ੍ਹੀ ਸੋਚ ਸਾਡੀ ਡਿਫਰੈਂਟ ਆ। ਇਹਨਾਂ ਦੇ ਨਾਨਕੇ ਦੇਖੋ ਕਿੱਥੇ ਸੀ, ਖਮਾਣੋ ਸੀ, ਕਿੱਥੇ ਡਸਕਾ, ਕਿੱਥੇ ਖਮਾਣੋ। ਤੁਸੀਂ ਇਹ ਦੇਖੋ ਵੀ ਇਹ, ਪਰ ਇਹ ਮੈਨੂੰ ਲੱਗਦਾ ਕਿ ਜੇਕਰ ਮੈਨੂੰ ਹੋਵੇ ਤੇ ਸਾਡੇ ਦੋਵਾਂ ਨਾਲੋਂ ਇਹ ਹੀ ਨਾਈਸ ਆ ਦੁਆਬੇ 'ਚ। ਮਤਲਬ ਜਿੱਦਾਂ ਉਹ ਕੰਪੇਅਰ ਮੋਸਟ ਆਫ ਦਾ ਟਾਈਮਸ ਫੈਮਲੀਜ਼ ਵਿੱਚ ਕਰਦੇ ਨੇ ਕਿ ਉਹ ਸਾਡੇ ਨਾਲ, ਸਾਡੇ 'ਚ ਮਿਕਸ ਨਹੀਂ ਹੋਣਗੇ ਦੁਆਬੇ ਵਾਲੇ, ਇਹ ਉਹ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ। ਹਾਂਜੀ, ਬਿਲਕੁਲ ਨਹੀਂ ਜੀ। ਤੇ ਕੋਈ ਹੋਰ ਖਾਸ ਗੱਲ ਤੁਹਾਡੀ ਫੈਮਿਲੀ ਦੀ ਤੁਸੀਂ ਕੋਈ ਦੱਸਣੀ ਚਾਹੋ? ਤੁਸੀਂ ਕਿੰਨੀਆਂ ਕੁ ਜਿਹੜੀਆਂ ਤੁਹਾਡੇ ਕੋਲ ਯਾਦਾਂ, ਤੁਸੀਂ ਗੱਲਾਂ ਸੁਣੀਆਂ, ਜਾਂ ਉਸ ਫੈਮਿਲੀ ਜਿਹੜੀ ਸਾਹੀ ਫੈਮਿਲੀ ਜਾਂ ਮੁਸਲਿਮ ਫੈਮਿਲੀ, ਉਹਨਾਂ ਦਾ ਕਿੰਨਾ ਕੁ ਜ਼ਿਕਰ ਹੁੰਦਾ ਰਿਹਾ ਇਸ ਪਰਿਵਾਰ 'ਚ? ਮਤਲਬ ਕਾਫੀ ਇਹਨਾਂ ਦਾ ਆਪਸ ਵਿੱਚ ਪ੍ਰੇਮ ਸੀ, ਜਾਣਾ ਇਹਨਾਂ ਦੇ ਬੈਠੇ ਰਹਿਣਾ ਕੰਮ ਨੂੰ,
ਤੇ ਬਹੁਤ ਜ਼ਿਆਦਾ ਮਤਲਬ ਆਪਸ ਵਿੱਚ ਪਿਆਰ ਸੀ ਇਹਨਾਂ ਦਾ। ਹਰ ਇੱਕ ਦੇ ਨਾਲ ਨਾ ਇਹਨਾਂ ਦਾ ਕਾਫੀ ਪਿਆਰ ਸੀ ਤੇ ਕੰਮਕਾਰਾਂ 'ਚ ਵੀ ਨਾ ਬਾਪੂ ਜੀ ਦਾ ਕਾਫੀ ਆਉਂਦੇ ਜਾਂਦੇ ਸੀ ਬਾਪੂ ਜੀ ਦੇ ਕੋਲ। ਤੇ ਤੁਸੀਂ ਬਚਪਨ ਤੋਂ ਉਹਨਾਂ ਦਾ ਜ਼ਿਕਰ ਸੁਣਦੇ ਰਹੇ ਸੁਣਦੇ ਰਹੇ ਹਾਂ ਹਾਂਜੀ, ਸੁਣਦੇ ਰਹੇ ਅਸੀਂ। ਦਾਦੀ ਜੀ ਵੀ ਦੱਸਦੇ ਹੁੰਦੇ ਸੀ ਤੇ ਪਾਪਾ ਜੀ ਵੀ, ਤੇ ਬਹੁਤ ਜ਼ਿਆਦਾ ਮਤਲਬ ਨਾਲ ਆਪਸ ਵਿੱਚ ਪਿਆਰ ਸੀ ਇਹਦਾ। ਕਿਉਂਕਿ ਉਸ ਟਾਈਮ ਤੇ ਇਹਨਾਂ ਦੇ ਦੱਸਣ ਮੁਤਾਬਕ ਜਾਂ ਮੇਰੇ ਮਦਰ ਇਨ ਲਾਅ ਸੀਗੇ ਉਹਨਾਂ ਦੇ ਕਿ ਬਹੁਤ ਜ਼ਿਆਦਾ ਕਿ ਨੌਕਰ ਚਾਕਰ ਵੀ ਸੀਗੇ ਘਰ ਦੇ ਵਿੱਚ, ਖਾਣਾ ਵਗੈਰਾ ਵੀ ਉਹਨਾਂ ਨੇ ਬਣਾਉਣਾ, ਬਿਸਤਰ ਵੀ ਉਹਨਾਂ ਨੇ ਲਗਾਉਣੇ, ਇੱਥੋਂ ਤੱਕ ਕਿ ਲਾਲਟਨਾਂ ਤੱਕ ਵੀ ਉਹੀ ਜਗਾਉਂਦੇ ਸੀਗੇ, ਔਰ ਪੱਖੇ ਲੱਗੇ ਹੁੰਦੇ ਸੀਗੇ, ਉਹ ਕਿਚਨ ਵਾਲੇ ਵੀ ਬੈਠੇ ਹੁੰਦੇ ਸੀਗੇ ਬਾਹਰ ਨੌਕਰ 24 ਘੰਟੇ ਰਹਿਣ ਵਾਲੇ। ਔਰ ਇੱਥੇ ਆ ਕੇ ਇਹਨਾਂ ਨੂੰ ਪ੍ਰੋਬਲਮਸ ਆਈਆਂ ਫਿਰ ਬਹੁਤ, ਹਰ ਇੱਕ ਚੀਜ਼ ਜਿਹੜੀ ਕਿਤੇ ਜਾਣਾ ਵੀ, ਤੇ ਉਸ ਟਾਈਮ ਤੇ ਵੀ ਦਾਰ ਜੀ ਵੀ ਕਿਤੇ ਜਾਂਦੇ ਸੀ ਤੇ ਕਾਰ 'ਚ ਜਾਣਾ। ਔਰ ਇੱਥੇ ਜਦੋਂ ਆਏ ਤੇ ਇਹਨਾਂ ਨੂੰ ਬਿਲਕੁਲ ਸਕਰੈਚ ਤੋਂ ਆਪਣੀ ਜਿਹੜੀ ਉਹ ਲਾਈਫ ਸ਼ੁਰੂ ਕਰਨੀ ਪਈ, ਬਿਲਕੁਲ ਜ਼ੀਰੋ ਤੋਂ। ਇੱਕ ਇਹਨਾਂ ਦੀ ਏਜ ਬਹੁਤ ਛੋਟੀ ਸੀ ਉਦੋਂ ਜਦੋਂ ਇਹ ਆਏ ਨੇ ਇੱਧਰ, ਤੇ ਬਾਪੂ ਜੀ ਫਿਰ ਉਦੋਂ ਥੋੜ੍ਹੇ ਅਪਸੈਟ ਹੋ ਗਏ। ਔਰ ਬਹੁਤ ਫਿਰ ਇਸ ਕਰਕੇ ਕੀ ਹੋ ਗਿਆ ਕਿ ਘਰ ਦੇ ਵਿੱਚ ਨਾ ਉਹ ਬਿਲਕੁਲ ਉਹ ਗੱਲਾਂ ਉਹਨਾਂ ਨੇ ਬੀਜੀ ਨੇ ਵੀ ਕਹਿਣਾ ਕਿ ਕਰੋ ਹੀ ਨਾ। ਅਤੇ ਫਿਰ ਜਿਹੜੀਆਂ ਉੱਥੋਂ ਦੀਆਂ ਫੈਮਲੀਜ਼ ਸੀਗੀਆਂ ਉਸ ਟਾਈਮ 'ਤੇ, ਜਿਹੜੇ ਚੌਧਰੀ ਸਾਹਿਬ ਉਹਨਾਂ ਦੀਆਂ ਫੈਮਲੀ ਸੀਗੀਆਂ, ਉਹਨਾਂ ਦੇ ਵੀ ਫੰਕਸ਼ਨਸ ਵਗੈਰਾ, ਵਿਆਹਾਂ ਸ਼ਾਦੀਆਂ 'ਚ ਆਉਣਾ ਜਾਣਾ, ਉਹ ਵੀ ਬੀਜੀ ਨੇ ਜਦੋਂ ਕਈ ਵਾਰੀ ਬੈਠਣਾ ਤੇ ਫਿਰ ਬਹੁਤ ਕਰਨੀਆਂ ਗੱਲਾਂ, ਯਾਦ ਕਰਨਾ ਉਸ ਵਕਤ ਨੂੰ ਕਿ ਅਸੀਂ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਚ ਵੀ ਜਾਂਦੇ ਸੀਗੇ, ਦੁੱਖ ਸੁੱਖ 'ਚ ਇਕੱਠੇ ਹੁੰਦੇ ਸੀ ਹਮੇਸ਼ਾ। ਔਰ ਇਹ ਚਾਹੇ ਦਾਰ ਜੀ ਮਤਲਬ ਕਿ ਹੁਣ ਉਹਨਾਂ ਨੂੰ ਕਈ ਚੀਜ਼ਾਂ ਉਹਨਾਂ ਦੀ ਮਾਈਂਡ 'ਚੋਂ ਸਲਿੱਪ ਕਰ ਚੁੱਕੀਆਂ ਨੇ। ਚਲੋ ਮੈਂ ਤਾਂ ਹੁਣ ਫੈਮਿਲੀ 'ਚ ਬਹੁਤ ਦੇਰ ਬਾਅਦ ਆਈ ਇਹਨਾਂ ਦੀ 'ਚ, ਹੈ ਨਾ, ਪਰ ਮੈਂ ਇਹ ਚੀਜ਼ ਦੇਖੀ ਕਿ ਇਹਨਾਂ ਦੇ ਚਾਹੇ ਹਾਲਾਤ ਬਦਲ ਗਏ, ਹਾਲਾਤ ਉਹ ਨਹੀਂ ਸੀਗੇ, ਹੈ ਨਾ, ਉਹ ਨਹੀਂ ਸੀਗੇ, ਪਰ ਜਿਸ ਤਰ੍ਹਾਂ ਮੇਰੇ ਫਾਦਰ ਇਨ ਲਾਅ ਵੀ ਨੇ, ਇਹ ਵੀ ਨੇ ਸਾਰੇ, ਪਰ ਇੱਕ ਉਹ ਚੀਜ਼ ਹੈਗੀ ਆ ਇਹਨਾਂ ਦੇ ਵਿੱਚ, ਰਾਇਲਪਨ ਹੈਗਾ ਕਿ ਮਤਲਬ ਕਿਸੇ ਦੇ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰਨੀ, ਕੋਈ ਕੀ ਕਰਦਾ ਕੀ ਨਹੀਂ ਕਰਦਾ, ਉਹ ਸਰਦਾਰੀ ਜੋ ਹੈਗੀ ਆ ਜੀ, ਹੈਗੀ ਆ, ਮਤਲਬ ਆਪਣਾ ਉਹ ਇੱਕ ਇਹਨਾਂ ਨੇ ਜਿਹੜਾ ਉਹ ਇੱਕ ਟੌਰ ਰੱਖੀ ਹੈ, ਇੱਕ ਸਟੈਂਡਰਡ ਰੱਖਿਆ ਹੈ, ਇੱਕ ਸਟੈਂਡਰਡ ਆਪਣਾ ਰੱਖਿਆ ਹੋਇਆ। ਔਰ ਉਸ ਚੀਜ਼ ਨੂੰ, ਔਰ ਬੜੀਆਂ ਮਤਲਬ ਚੰਗੀਆਂ, ਜਿੱਦਾਂ ਕਹਿ ਦਿੰਦੇ ਨਾ, ਜਦੋਂ ਮੇਰੀ ਮੈਰਿਜ ਹੋਈ ਆ ਮੇਰੇ ਫਾਦਰ ਇੱਥੇ SHO ਲੱਗੇ ਸੀ 92 'ਚ ਜੀ, ਦਸੂਬੇ ਲੱਗੇ ਸੀਗੇ। ਠੀਕ ਹੈ। ਉਹਨਾਂ ਨੂੰ ਜਦੋਂ ਫੈਮਿਲੀ ਬਾਰੇ ਪਤਾ ਲੱਗਾ, ਔਰ ਦੇਖੋ ਜਿਹੜਾ ਬੰਦਾ SHO ਲੱਗਾ ਉਹਨੂੰ ਤਾਂ ਸਭ ਪਤਾ ਹੀ ਹੁੰਦਾ, ਸਭ ਫੈਮਲੀਜ਼ ਦਾ ਜਾਂ ਕੁਛ, ਹੈ ਨਾ, ਤੇ ਉਹ ਵੀ ਜਦੋਂ ਮਿਲੇ ਫਸਟ ਟਾਈਮ ਮੇਰੇ ਫਾਦਰ ਇਨ ਲਾਅ ਨੂੰ ਮਿਲੇ ਜਾਂ ਇਹਨਾਂ ਨੂੰ ਮਿਲੇ, ਤੇ ਇਹਨਾਂ ਨੂੰ ਕਿ ਵਾਕਈ ਉਹ ਜਿਹੜੀ ਇੱਕ ਉਹ ਸਰਦਾਰੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜਾ ਇੱਕ ਮਹਿਸੂਸ ਹੋਈਆਂ ਕਿ ਉਹ ਹੈਗੀਆਂ ਨੇ, ਕਿ ਉਹ ਆਪਣੀ ਫੈਮਿਲੀ ਬੈਕਗਰਾਉਂਡ ਮੇਰੇ ਖਿਆਲ 'ਚ ਕਿ ਉਹ ਖੂਨ 'ਚ ਹੀ ਹੁੰਦੀਆਂ ਨੇ। ਬਿਲਕੁਲ, ਹਾਂ ਬਿਲਕੁਲ, ਉਹ ਚੀਜ਼ ਨੂੰ ਤੁਸੀਂ ਬਦਲ ਨਹੀਂ ਸਕਦੇ। ਤੁਸੀਂ ਜਿਹੜਾ ਬੰਦਾ ਨਵਾਂ ਪੈਸਾ ਜਿਹਦੇ ਕੋਲ ਆ ਗਏ, ਹਾਂਜੀ, ਉਹਦਾ ਫੁਕਰਾਪਨ ਵੀ ਦਿਸੀ ਪੈਂਦਾ ਲੋਕਾਂ ਬਿਲਕੁਲ, ਇਸ ਵੇਲੇ। ਹਾਂਜੀ, ਤੇ ਜੇ ਕੋਈ ਪੁਰਾਣਾ ਬੰਦਾ ਤੁਰਿਆ ਆਵੇ ਤੇ ਜੋ ਡਾਊਨ ਵੀ ਹੋ ਗਿਆ ਹਾਲਾਤਾਂ ਕਰਕੇ, ਹਾਂਜੀ, ਲੇਕਿਨ ਉਹਦੇ 'ਚ ਉਹ ਮੜਕ ਜੀ ਰਹਿੰਦੀ ਹੈ। ਅਸਲ 'ਚ ਤੁਸੀਂ ਦੇਖੋ ਕਿ ਇੰਨੇ ਸਾਲਾਂ 'ਚ ਮੈਂ ਦੇਖਿਆ ਕਿ ਅੱਜ ਫਸਟ ਟਾਈਮ ਅਸੀਂ ਬੈਠ ਕੇ ਆਪਣੀ ਫੈਮਿਲੀ ਮਤਲਬ ਵੀ ਇੱਦਾਂ ਡਿਸਕਸ ਕਰ ਰਹੇ ਹਾਂ। ਨਹੀਂ ਤਾਂ ਕੀ ਹੁੰਦਾ ਆ ਕਿ ਜ਼ਿਆਦਾਤਰ ਅਸੀਂ ਜ਼ਿਕਰ ਹੀ ਨਹੀਂ ਕਰਨਾ। ਮੇਰੇ ਫਾਦਰ ਇਨ ਲਾਅ ਤੋਂ ਉਹਨਾਂ ਨੂੰ ਵੀ ਪੁੱਛੇ ਵੀ ਕਿੱਦਾਂ, ਕੀ ਹਿਸਾਬ ਕਿਤਾਬ ਆ ਤੁਹਾਡਾ, ਉਹ ਕਹਿਣਗੇ ਬਸ 2 ਟਾਈਮ ਦੀ ਰੋਟੀ ਖਾ ਰਹੇ ਹਾਂ ਜੀ, ਬਸ ਠੀਕ ਹੈ, ਬਸ ਠੀਕ ਹੈ, ਇੰਨਾ ਹੀ ਹੈ। ਤੁਸੀਂ ਇਹ ਦੇਖੋ ਵੀ ਆਹ ਪੇਪਰਸ ਜਿਹੜੇ ਸੀਗੇ ਜਦੋਂ ਬਾਪੂ ਜੀ ਸਾਡੇ ਆਏ ਨੇ ਉੱਥੋਂ, ਤੇ ਉਸ ਟਾਈਮ ਕਿ ਉਹ ਇਹ ਪੇਪਰਸ ਲੈ ਕੇ ਆਏ ਸੀ, ਬਾਕੀ ਸਭ ਕੁਝ ਛੱਡਿਆ ਹੈ, ਬਾਕੀ ਸਭ ਕੁਝ ਛੱਡ ਆਏ ਸੀ, ਕੁਝ ਨਹੀਂ ਸੀ ਲੈ ਕੇ ਆਏ ਨਾਲ। ਲੇਕਿਨ ਇਹ ਜਿਹੜੀ ਪਿਕਚਰਸ, ਤਸਵੀਰਾਂ, ਹਾਂ, ਔਰ ਮੈਂ ਸੋਚਦੀ ਹਾਂ ਕਿ ਇਹ ਜਦੋਂ ਮੈਨੂੰ ਦਾਰ ਜੀ ਨੇ 2 ਸਾਲ ਪਹਿਲਾਂ ਦਿੱਤੀਆਂ ਨੇ ਕੱਢ ਕੇ ਆਪਣੀ, ਜਦੋਂ ਇਹਨਾਂ ਦੀ ਤਬੀਅਤ ਖਰਾਬ ਹੋਈ ਨਾ, ਉਸ ਤੋਂ ਬਾਅਦ ਇਹਨਾਂ ਦੇ ਮਾਈਂਡ 'ਚ ਕਿਤੇ, ਤੇ ਇਹਨਾਂ ਨੇ ਮੈਨੂੰ ਇਹ ਲਿਫਾਫਾ ਦਿੱਤਾ ਕੱਢ ਕੇ, ਕਹਿੰਦੇ ਕਿ ਇਹਨੂੰ ਸੰਭਾਲਣਾ ਹੈ, ਕਿ ਇਹ ਸਾਡੇ ਬਜ਼ੁਰਗਾਂ ਦੀ, ਮੇਰੇ ਫਾਦਰ ਨੇ ਮੈਨੂੰ ਦਿੱਤੀਆਂ ਸੀਗੀਆਂ, ਔਰ ਮੈਂ ਤੈਨੂੰ ਦੇ ਰਿਹਾ ਕਿ ਇਹਨੂੰ ਸੰਭਾਲਣਾ ਇਸ ਚੀਜ਼ ਨੂੰ। ਔਰ ਇਹ ਪੇਪਰ ਇੰਨੀ ਮਤਲਬ ਬੁਰੀ ਸੀਗੀ ਇਹਨਾਂ ਦੀ ਕੰਡੀਸ਼ਨ, ਔਰ ਇਹਦਾ ਟ੍ਰੀਟਮੈਂਟ ਕਰਵਾ ਕੇ ਤੇ ਫਿਰ ਮੈਂ ਇਹਨੂੰ ਲੈਮੀਨੇਟ ਕਰਵਾਇਆ। ਤੁਸੀਂ ਬਹੁਤ ਸੋਹਣੀ ਤਰ੍ਹਾਂ ਇਹਨਾਂ ਨੂੰ ਇੱਥੇ ਰੱਖ ਦਿੱਤਾ ਜੀ, ਕਿਉਂਕਿ ਅੱਜ ਦੀ ਜੇਕਰ ਜਨਰੇਸ਼ਨ ਨੂੰ ਸੋਚੀਏ ਤਾਂ ਉਹਨਾਂ ਲਈ ਇਹ ਚੀਜ਼ਾਂ ਕੁਛ ਮਾਇਨੇ ਨਹੀਂ ਰੱਖਦੀਆਂ। ਹੁਣ ਇਹ ਤਸਵੀਰ ਆ ਜਦੋਂ ਮੀਟ ਕੀਤੀ ਆ ਜ਼ਮੀਨ, ਹਾਂਜੀ, ਹੁਣ ਇਹ ਜਿਹੜੀ ਤਸਵੀਰ ਆ ਇਹ ਤੁਸੀਂ ਕਿਸੇ ਅਣਜਾਣ ਬੰਦੇ ਨੂੰ ਵੀ ਦਿਖਾ ਦਿਓ, ਹਾਂਜੀ, ਤੁਹਾਡੀ ਫੈਮਿਲੀ ਬਾਰੇ ਨਹੀਂ ਜਾਣਦਾ, ਉਹ ਵੀ ਮਹਿਸੂਸ ਕਰੂਗਾ ਯਾਰ ਇਹ ਵਧੀਆ ਇਨਸਾਨ ਸੀ ਜਿਨ੍ਹਾਂ ਨੇ ਉਸ ਵੇਲੇ ਲੋਕਾਂ ਬਾਰੇ ਸੋਚਿਆ। ਮੈਨੂੰ ਇਸ ਚੀਜ਼ ਤੋਂ ਹੀ ਮੈਂ ਅੰਦਾਜ਼ਾ ਲਗਾਉਣੀ ਬਾਪੂ ਜੀ ਕਿ ਉਹਨਾਂ ਦੀ ਸੋਚ ਕਿੰਨੀ ਅਗਾਂਹ ਵਧੂ ਸੀਗੀ। ਬਾਕੀ ਚਲੋ ਪ੍ਰਾਪਤੀਆਂ ਉਹਨਾਂ ਦੀਆਂ ਹੋਣਗੀਆਂ, ਸਾਰੀਆਂ ਵੱਡੀਆਂ ਹੋਣਗੀਆਂ, ਹਾਂਜੀ, ਲੇਕਿਨ ਇਹ ਇੱਥੋਂ ਪਤਾ ਲੱਗਦਾ ਵੀ ਵਾਕਈ ਉਹ ਮਤਲਬ ਸੋਚ ਸੀਗੀ ਉਹਨਾਂ ਦੀ ਕਿ ਸੁਸਾਇਟੀ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹਸਪੀਟਲ ਦੀ ਹੈ। ਸਕੂਨ ਆਉਂਦਾ ਹੈ ਜਦੋਂ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ, ਬਹਿ ਕੇ ਵਧੀਆ ਲੱਗਾ ਬਜ਼ੁਰਗਾਂ ਨੂੰ।
ਜੋ ਮਤਲਬ ਕਿ ਚੱਲਿਆ ਆ ਕੰਮ, ਜੋ ਹਸਪੀਟਲ ਨੂੰ ਵੀ ਦਾਨ ਦਿੱਤੀ ਹੈ, ਇਹ ਵੀ ਮਤਲਬ ਕਿ ਹਰ ਕੋਈ ਨਹੀਂ ਕਰ ਸਕਦਾ ਜੀ। ਠੀਕ ਹੈ ਕਿ ਜਿਹੜੀ ਉਹ ਬਾਬਰ ਹੁਣੀ ਆ ਸ਼ਾਹੀ ਸਾਹਿਬ ਕੈਨੇਡਾ 'ਚ ਰਹਿੰਦੇ ਆ, ਤੁਹਾਡੀ ਕਿਤੇ 5-7 ਪੀੜ੍ਹੀਆਂ ਹਾਂਜੀ ਹਾਂਜੀ ਇੱਕੋ ਹੀ ਹੋਣਗੇ ਤੁਸੀਂ, ਉਹ ਵੀ ਤੁਹਾਡੇ ਪਰਿਵਾਰ ਦੀ ਬਹੁਤ ਇੱਜ਼ਤ ਕਰਦੇ ਆ, ਬੜਾ ਮਾਣ ਕਰਦੇ ਆ। ਔਰ 47 'ਚ ਜੋ ਉਹਨਾਂ ਨੇ ਭੂਮਿਕਾ ਨਿਭਾਈ, ਹਾਂਜੀ ਉਹਨੇ ਰੋਲ ਜਿਹੜਾ ਉਹਨਾਂ ਦਾ ਰਿਹਾ ਉਹ ਵੀ ਬਹੁਤ ਵਧੀਆ ਬਹੁਤ ਵਧੀਆ ਜੀ। ਉਹਨਾਂ ਨੇ ਤਾਇਆ ਜੀ ਨੂੰ ਉੱਥੋਂ ਲਿਆਂਦਾ ਜਦੋਂ ਉਹ ਸੀ ਸਰਵਿਸ ਕਰਦੇ, ਜਦੋਂ ਇਹ ਦੰਗੇ ਹੋਏ ਨੇ ਉਦੋਂ ਉਹਨਾਂ ਨੇ ਕੱਢ ਕੇ ਲਿਆਂਦਾ ਜੀ ਉਹਨਾਂ ਦੇ ਫਾਦਰ ਨੂੰ। ਵਾਹ ਜੀ। ਹਾਂਜੀ, ਇਹ ਬਹੁਤ ਮਾਣ ਵਾਲੀ ਗੱਲ ਹੈ। ਬਹੁਤ ਮਾਣ। ਲਓ ਜੀ, ਇੱਕ ਤਾਂ ਆਪਾਂ ਹੁਣ ਗੱਲਬਾਤ ਨੂੰ ਖਤਮ ਕਰਦੇ ਹੋਏ, ਗੱਲਬਾਤ ਨੂੰ ਸਮੇਟਦੇ ਹੋਏ, ਇੱਕ ਤਾਂ ਗੱਲ ਇਹ ਕਵਾਂਗੇ ਕਿ ਉਹ ਪਰਿਵਾਰ ਆ ਜ਼ੈਲਦਾਰਾਂ ਦਾ, ਡਸਕੇ ਦਾ, ਹਰੀਸ ਪਰਿਵਾਰ, ਜਿਨ੍ਹਾਂ ਨੇ ਡਸਕੇ ਦੇ ਹਸਪਤਾਲ ਦੀ ਜ਼ਮੀਨ ਦਾਨ ਦਿੱਤੀ। ਇਹਨਾਂ ਦੀਆਂ ਹੋਰ ਵੀ ਬਹੁਤ ਪ੍ਰਾਪਤੀਆਂ ਹੋਣਗੀਆਂ, ਲੇਕਿਨ ਇਹ ਸਭ ਤੋਂ ਵੱਡੀ ਪ੍ਰਾਪਤੀ ਆ ਮੇਰੀ ਨਜ਼ਰ 'ਚ। ਦੂਜੀ ਗੱਲ, ਪ੍ਰਾਪਤੀ ਉਸ ਸ਼ਾਹੀ ਫੈਮਿਲੀ ਦੀ ਆ ਜਿਹੜੀ ਮੁਸਲਮਾਨ ਸ਼ਾਹੀ ਫੈਮਿਲੀ ਸੀ, ਜਿਨ੍ਹਾਂ ਦੀ ਪਾਰਟੀਸ਼ਨ ਤੋਂ ਪਹਿਲਾਂ ਇੱਕੋ ਫੈਮਿਲੀ 'ਚ ਇੱਕ ਇਤਿਹਾਸ ਸੀਗਾ ਜੀ, ਇੱਕੋ ਫੈਮਿਲੀ ਦੇ 2 MLA ਸੀਗੇ। ਉਹ ਸ਼ਾਹੀ ਫੈਮਿਲੀ ਨੇ 47 ਦੇ ਵਿੱਚ ਡਸਕੇ ਦੇ ਵਿੱਚ ਇੱਕ ਵੀ ਸਿੱਖ ਤੇ ਹਿੰਦੂ ਨੂੰ ਕਤਲ ਨਹੀਂ ਕੀਤਾ। ਔਰ ਇਲਾਕੇ ਦੇ ਵਿੱਚ ਜਿੱਥੇ ਵੀ ਉਹਨਾਂ ਨੇ ਦੇਖਿਆ ਵੀ ਕੋਈ ਕੁੜੀ ਘੇਰੇ 'ਚ ਆ ਗਈ ਆ ਜਾਂ ਕੋਈ ਬੰਦਾ ਘੇਰੇ 'ਚ ਆ ਗਿਆ, ਜਿਵੇਂ ਇਹਨਾਂ ਦੇ ਤਾਇਆ ਜੀ ਵਜ਼ੀਰਾਬਾਦ ਤਹਿਸੀਲਦਾਰ ਸੀ, ਉਹ ਘੇਰੇ 'ਚ ਆ ਗਏ, ਉਹਨਾਂ ਨੂੰ ਸੁਨੇਹਾ ਮਿਲਿਆ, ਖੁਦ ਗੱਡੀ 'ਤੇ ਜਾ ਕੇ ਲੈ ਕੇ ਆਏ। ਇਹ ਉਸ ਫੈਮਿਲੀ ਨੂੰ ਸਲਾਮ ਕਰਦੇ ਹਾਂ ਜੀ ਅਸੀਂ। ਅੱਜ 73 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਉਹਨਾਂ ਦਾ ਜ਼ਿਕਰ ਹੋ ਰਿਹਾ, ਔਰ ਇੰਨੇ ਮਾਣ ਨਾਲ ਜ਼ਿਕਰ ਹੋ ਰਿਹਾ ਕਿ ਇਹ ਬੋਲਣ ਵਾਲਿਆਂ ਦਾ ਵੀ ਸਿਰ ਝੁਕ ਰਿਹਾ ਤੇ ਸੁਣਨ ਵਾਲਿਆਂ ਦਾ। ਸਲਾਮ ਆ ਜੀ ਉਸ ਪਰਿਵਾਰ ਨੂੰ ਵੀ, ਤੇ ਸਲਾਮ ਆ ਇਸ ਪਰਿਵਾਰ ਨੂੰ। ਚਲੋ ਜੀ, ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ। ਚੰਗਾ ਭਾਜੀ, ਸ਼ੁਕਰੀਆ।